ਸਟੂਡੀਓ 'ਚ ਸਾਡੇ ਮਹਿਮਾਨ ਨੇ ਐਸੀ ਸ਼ਖਸੀਅਤ ਜਿਹਦੇ ਬਹੁਤ ਸਾਰੇ ਰੰਗ ਨੇ ਉਹਨਾਂ ਸ਼ਖਸੀਅਤ ਦੇ, ਬਹੁਤ ਪੱਖੀ ਸ਼ਖਸੀਅਤ ਜਿਹੜੇ ਕਿ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਹਰ ਖੇਤਰ ਦੇ ਵਿੱਚ ਉਹਨਾਂ ਨੇ ਬਹੁਤ ਮੱਲਾਂ ਮਾਰੀਆਂ ਨੇ ਔਰ ਸਾਰੇ ਬੰਨੇ ਨਾਮਣਾ ਖੱਟਿਆ ਹੈਗਾ। ਪੜ੍ਹਾਈ ਲਿਖਾਈ ਹੋਵੇ ਜਾਂ ਸਟੇਜ ਹੋਵੇ ਜਾਂ ਇਸ ਤੋਂ ਇਲਾਵਾ ਉਹਨਾਂ ਦੀ ਜੌਬ ਜਿਹੜੀ ਸੀਗੀ ਪੰਜਾਬ ਦੇ ਆਲਾ ਅਫਸਰ, ਸਾਬਕਾ ਆਲਾ ਅਫਸਰ, ਜੌਬ ਦੌਰਾਨ ਵੀ ਉਹਨਾਂ ਨੇ ਕਿਸਾਨੀ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਜ਼ਿਕਰਯੋਗ ਕੰਮ ਕੀਤਾ ਔਰ ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਬਹੁਤ ਸਾਰੀਆਂ ਯੋਜਨਾਵਾਂ ਨੇ, ਉਹਦੇ ਬਾਰੇ ਗੱਲਬਾਤ ਹੋਏਗੀ। ਔਰ ਹਾਸਿਆਂ ਦੇ ਬਾਦਸ਼ਾਹ, ਤੀਖਣ ਬੁੱਧੀ ਦੇ ਮਾਲਕ, ਮਿੱਠ ਬੋਲੜੇ ਅਤੇ ਸਭ ਦਾ ਮਨ ਮੋਹ ਲੈਣ ਵਾਲੇ ਬਾਲ ਮੁਕੰਦ ਸ਼ਰਮਾ ਸਾਹਿਬ ਮੇਰੇ ਮਹਿਮਾਨ ਨੇ। ਕੁਝ ਗੱਲਾਂ ਬਾਤਾਂ ਹਲਕੀਆਂ ਫੁਲਕੀਆਂ ਅਤੇ ਬਾਕੀ ਦੀ ਗੱਲਬਾਤ ਗੰਭੀਰ ਹੋਏਗੀ। ਪੰਜਾਬ ਦੀ ਕਿਸਾਨੀ ਦਾ ਆਉਣ ਵਾਲਾ ਕੱਲ੍ਹ, ਨਵੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਜਾਣਕਾਰੀ ਲਵਾਂਗੇ ਆਪਾਂ ਬਾਲ ਮੁਕੰਦ ਸ਼ਰਮਾ ਜੀ ਤੋਂ। ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਨ ਜੀ ਤੁਸੀਂ ਜਿੰਨੇ ਆਬਜੈਕਟਿਵ ਲਾਤੇ ਆ, ਪਤਾ ਨਹੀਂ ਮੈਂ ਇੰਨਾ ਕਾਬਲ ਹੈ ਕਿ ਨਹੀਂ, ਪਰ ਤੁਸੀਂ ਮੈਨੂੰ ਲੱਗਦਾ ਲਿਹਾਜ਼ ਕਰਕੇ ਯਾਰੀ ਦੋਸਤੀ ਦਾ। ਸ਼ਰਮਾ ਜੀ, ਆਪਾਂ ਪਤੇ ਦੀ ਗੱਲਾਂ ਵੀ ਕਰਦੇ ਹਾਂ, ਪਰ ਮੈਨੂੰ ਇਹ ਦੱਸੋ ਕਿ ਤੁਹਾਡੇ ਅੰਦਰਲਾ ਕਮੇਡੀਅਨ ਅਜੇ ਨਿੱਗਰ ਹੈਗਾ, ਤੰਦਰੁਸਤ ਆ, ਨੰਬਰ 9 ਹੈ? ਇਹ ਤਾਂ ਨਿੱਗਰ ਹੀ ਰਹੂਗਾ, ਇਹ ਜਦ ਤੱਕ ਸਾਹ ਹੈਗੇ ਆ ਤਦ ਤੱਕ ਨਾਲ ਰਹੂਗਾ, ਕਿਉਂਕਿ ਤੁਹਾਨੂੰ ਪਤਾ ਕਿ ਆਪਾਂ ਜੋ PU ਪੜ੍ਹਦੇ ਸੀਗੇ, ਮੈਂ ਤੇ ਭੱਲਾ ਜੀ ਨੇ ਇਹਨੂੰ ਬਤੌਰ ਹੌਬੀ ਸ਼ੁਰੂ ਕੀਤਾ ਜਦੋਂ, ਤੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਵੀ ਭੱਲਾ ਜੀ ਪ੍ਰੋਫੈਸਰ ਤੇ ਮੁਖੀ ਪਸਾਰ ਸਿੱਖਿਆ ਵਿਭਾਗ PAU ਤੇ ਮੈਂ ਐਡੀਸ਼ਨਲ MD ਮਾਰਕਫੈਡ। ਇਹ ਲੋਕਾਂ ਨੂੰ ਘੱਟ ਪਤਾ ਤੇ ਇਹ ਜ਼ਿਆਦਾ ਪਤਾ ਵੀ ਇਹ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਹੈਗੇ ਆ। ਯਾਨੀ ਅਫਸਰੀ ਨੇ ਤੁਹਾਡੀ ਕਾਮੇਡੀ ਨੂੰ ਪ੍ਰਭਾਵਿਤ ਨਹੀਂ ਕੀਤਾ? ਅਸੀਂ ਤਾਂ ਪੈਸ਼ਨ ਇਹਨੂੰ ਮਤਲਬ ਆਪਣਾ ਪੈਸ਼ਨ ਸਮਝ ਕੇ ਇਹਨੂੰ ਅਡਾਪਟ ਕੀਤਾ, ਪ੍ਰੋਫੈਸ਼ਨ ਨੂੰ ਇਹਦੇ ਨਾਲ ਮਿਕਸ ਨਹੀਂ ਹੋਣ ਦਿੱਤਾ, ਤੇ ਅਸੀਂ ਕੋਸ਼ਿਸ਼ ਕੀਤੀ ਹੈ ਪ੍ਰੋਫੈਸ਼ਨ ਨੂੰ ਜਸਟੀਫਾਈ ਕਰੀਏ ਤੇ ਪੈਸ਼ਨ ਨੂੰ ਊਣਾ ਨਾ ਹੋਣ ਦਈਏ। ਮੁੰਡੇ ਖੁੰਡੇ ਸੀ ਜਦੋਂ ਤੁਸੀਂ ਯੂਨੀਵਰਸਿਟੀ ਪੜ੍ਹਦੇ ਸੀਗੇ, ਪ੍ਰੋਫੈਸਰਾਂ ਨੂੰ ਟੀਚਰਾਂ ਕਰਨੀਆਂ, ਵਾਈਸ ਚਾਂਸਲਰ ਨੂੰ ਟੀਚਰਾਂ ਕਰਨੀਆਂ, ਉਹ ਜਿਹੜਾ ਸਿਲਸਿਲਾ ਸੀਗਾ ਕਸੈਟਸ ਦਾ, ਛਣਕਾਟੇ ਦਾ ਸਿਲਸਿਲਾ ਲੰਬਾ ਸਮਾਂ ਚੱਲਿਆ ਹੋ ਨਾ, ਉਦੋਂ ਤੱਕ ਤਾਂ ਠੀਕ ਸੀਗਾ। ਲੇਕਿਨ ਜਦੋਂ ਤੁਸੀਂ ਵੱਡੇ ਅਫਸਰ ਬਣਦੇ ਗਏ, ਹੋਰ ਵੱਡੇ ਜ਼ਿਲ੍ਹਾ ਪੱਧਰ ਤੋਂ ਪੰਜਾਬ ਪੱਧਰ 'ਤੇ ਚਲੇ ਗਏ, ਕਦੇ ਲੱਗਿਆ ਕਿ ਤੁਹਾਨੂੰ ਇਹਨਾਂ ਦੋਹਾਂ ਜਿਹੜੇ ਕਿਰਦਾਰ ਸੀਗੇ ਵਿੱਚ ਤੁਹਾਨੂੰ ਕਦੇ ਕੋਈ ਅੜਫਸ ਹੋਈ ਹੋਵੇ? ਬਿਲਕੁਲ ਨਹੀਂ, ਬਲਕਿ ਸਾਨੂੰ ਇਹ ਲੱਗਿਆ ਕਿ ਜਦੋਂ ਅਸੀਂ PAU ਤੋਂ ਬਾਹਰ ਪ੍ਰੋਫੈਸਰ ਮੋਹਨ ਸਿੰਘ ਮੇਲੇ ਰਾਹੀਂ, ਜਸੋਵਾਲ ਸਾਹਿਬ, ਗੁਰਭਜਨ ਗਿੱਲ, ਕੇਸ਼ਵਰਾਮ ਸ਼ਰਮਾ ਜੀ ਰਾਹੀਂ ਬਾਹਰ ਪੈਰ ਪਸਾਰੇ, ਤੇ ਅਸੀਂ ਜਦੋਂ ਛਣਕਾਟਾ ਸ਼ੁਰੂ ਕੀਤਾ, ਭਾਵੇਂ ਨਕਲਾਂ ਸੀ ਭੰਡਾਂ ਦੀਆਂ, ਪਰ ਉਸ ਤੋਂ ਬਾਅਦ ਛਣਕਾਟਾ ਆਪਣਾ ਨਿਖਰਦਾ ਗਿਆ ਤੇ ਚਾਚਾ ਭਤੀਜਾ ਦੀ ਜੋੜੀ ਜਿਹੜੀ ਆ ਉਹ ਜਾਂ ਇੱਕ ਤੀਲੀ ਨੀਲੂ ਸਾਡੇ ਨਾਲ ਰਲ ਗਈ, ਤੇ ਅਸੀਂ ਪੋਲੀਟੀਕਲ ਸਟਾਰ ਜਿਹਨੇ ਸਪੈਕੂਲੇਸ਼ਨ ਕੀਤੀਆਂ, ਜਿਹਨੇ ਭਵਿੱਖਬਾਣੀਆਂ ਕੀਤੀਆਂ, ਉਹ ਸਾਡੀ ਕਿਸਮਤ ਸਿੱਧੀਆਂ ਪੈਂਦੀਆਂ ਗਈਆਂ ਤੇ ਛਣਕਾਟੇ ਦੀ ਮਕਬੂਲੀਅਤ ਵੱਧਦੀ ਗਈ। ਇਸ ਕਰਕੇ ਸਾਡੀ ਕਮੇਡੀ ਜਿਹੜੀ ਆ ਉਹ ਇੱਕ ਜਰਨਲਿਜ਼ਮ ਬਣ ਗਈ। ਮੈਂ ਹੁਣ ਦੂਜੇ ਅਫਸਰਾਂ ਨੂੰ ਨੀਵਾਂ ਤਾਂ ਨਹੀਂ ਵਿਖਾਉਣਾ ਚਾਹੁੰਦਾ, ਪਰ ਪੰਜਾਬ ਦੇ ਪੱਧਰ ਦੇ ਅਫਸਰ ਬਹੁਤ ਨੇ, ਪਰ ਬਾਲ ਮੁਕੰਦ ਸ਼ਰਮਾ ਸ਼ਾਇਦ ਵਾਹਦ ਇੱਕ ਐਸਾ ਵੱਡਾ ਅਫਸਰ ਸੀਗਾ ਜਿਹੜਾ ਕਿ ਕਾਮੇਡੀ ਨਾਲ ਔਰ ਆਪਣੇ ਵਿਸ਼ੇਸ਼ ਅੰਦਾਜ਼ ਦੇ ਨਾਲ, ਮੈਨੂੰ ਲੱਗਦਾ ਕਿ ਜਿਹੜੇ ਸਰਕਾਰ ਦੇ ਵੀ ਕੋਈ ਆਲਾ ਕੁਰਸੀਆਂ 'ਤੇ ਬੈਠੇ ਹੋਏ ਲੋਕ ਸਨ, ਉਹਨਾਂ ਦੇ ਦਿਲ ਦੇ ਵਿੱਚ ਛੇਤੀ ਵੜਦਾ ਹੋਏਗਾ। ਦੇਖੋ, ਇਸ ਚੀਜ਼ ਦਾ ਐਡਵਾਂਟੇਜ ਤਾਂ ਮੈਂ ਬਿਨਾਂ ਸ਼ੱਕ ਮੰਨੂਗਾ ਰਹਿੰਦਾ ਸੀ, ਕਿਉਂਕਿ ਜਦੋਂ ਤੁਸੀਂ ਛਣਕਾਟਾ ਕਰਕੇ ਇੱਕ ਥੋੜ੍ਹੀ ਪਹਿਚਾਣ ਬਣ ਜਾਂਦੀ ਆ, ਤੇ ਸਰਕਾਰੀ ਮੈਂ ਕੰਮ ਜੇ ਆਪਣੇ ਮਾਰਕਫੈਡ ਦੇ ਕੰਮ ਲੈ ਕੇ ਵੀ ਰਜਿਸਟਰਾਰ ਦਫ਼ਤਰ, ਖੇਤੀਬਾੜੀ ਦਫ਼ਤਰ, CM ਦਫ਼ਤਰ ਜਾਂਦਾ ਸੀ, ਤੇ ਉੱਥੇ ਥੋੜ੍ਹਾ ਜਿਹਾ ਅਫਸਰ ਜਿਹੜੇ ਉਹ ਲਿਹਾਜ਼ ਕਰ ਰਹੇ ਸੀਗੇ ਵੀ ਇਹ ਤਾਂ ਯਾਰ ਆਪਣਾ ਬਾਲ ਮੁਕੰਦ ਆ ਗਿਆ। ਸੋ ਉਸ ਚੀਜ਼ ਦਾ ਐਡਵਾਂਟੇਜ ਮਹਿਕਮੇ ਨੂੰ ਵੀ ਰਹੀ ਆ, ਮੈਨੂੰ ਵੀ ਰਹੀ ਆ, ਪਰ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਆਪਣੀ ਜਿਹੜੀ ਜੌਬ ਸੀ ਰਮਣਾ ਜੀ, ਮੈਂ ਉਹਦੇ 'ਚ ਕਮਿਟਡ ਇੰਨਾ ਕੁ ਰਿਹਾ ਕਿ ਮੈਂ ਕਿਤੇ ਊਣਾ ਨਾ ਪਾਵਾਂ, ਕਿਉਂਕਿ ਮੈਨੂੰ ਸੀ ਜੇ ਸਾਥੀ 100% ਕੰਮ ਕਰਦੇ ਆ, ਮੈਂ 150% ਕਰਾਂ, ਕਿਉਂਕਿ ਜੇ ਮੇਰਾ ਕੰਮ ਊਣਾ ਹੋਵੇ ਕਹਿਣਗੇ ਇਹ ਤਾਂ ਵੜਦਾ ਹੀ ਨਹੀਂ ਹੋਣਾ, ਇਹ ਛਣਕਾਟੇ ਜਾ ਵੜਦਾ, ਇਹ ਤਾਂ ਫਿਲਮਾਂ ਜਾ ਵੜਦਾ। ਸੋ ਮੇਰੇ ਵਾਸਤੇ ਚੈਲੰਜ ਜ਼ਿਆਦਾ ਸੀਗਾ ਕਿ ਮੈਂ ਆਪਣੇ ਕੰਮ ਦੇ ਵਿੱਚ ਪਰਪੱਕ ਰਵਾਂ ਤੇ ਪੂਰਾ ਸਮਰਪਿਤ ਰਵਾਂ। ਅੱਛਾ, ਹੁਣ ਆਪਾਂ ਥੋੜ੍ਹਾ ਜਿਹਾ ਪਤੇ ਵਾਲੇ ਪਾਸੇ ਨੂੰ ਵੱਧਦੇ ਹਾਂ ਕਿ ਮਾਰਕਫੈਡ ਦੀਆਂ ਤੁਹਾਡੀਆਂ ਪ੍ਰਾਪਤੀਆਂ ਨੂੰ ਜੇਕਰ 2 ਲਫ਼ਜ਼ਾਂ 'ਚ ਬਿਆਨ ਕਰਨਾ ਹੋਵੇ, ਵਾਟ ਡਿਡ ਯੂ ਅਚੀਵ ਦੇਅਰ? ਆਈ ਨੋ ਕਿ ਯੂ ਆਰ ਵੈਰੀ ਪੋਪੂਲਰ, ਵੈਰੀ ਸੌਟ ਆਫਟਰ ਅਫਸਰ, ਤੁਸੀਂ ਸਾਰੇ ਪਾਸੇ ਸਤਿਕਾਰ ਸੀਗਾ ਤੁਹਾਡਾ, ਪਰ ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਤਾ ਲੱਗੇ ਕਿ ਮਾਰਕਫੈਡ ਦੀਆਂ ਜਦੋਂ ਤੁਸੀਂ ਇਨ ਸਰਵਿਸ ਸੀਗੇ ਪ੍ਰਾਪਤੀਆਂ, ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਕਿਸ ਦਿਸ਼ਾ ਵਿੱਚ ਵਧਣ ਦਾ ਇਰਾਦਾ ਹੈ? ਦੇਖੋ, ਪ੍ਰਾਪਤੀਆਂ ਤਾਂ ਚਲੋ ਮਹਿਕਮੇ ਦੀਆਂ ਜੋ ਤੁਹਾਨੂੰ ਡਿਊਟੀ ਮਿਲਦੀ ਕਰਨੀ ਹੁੰਦੀ ਆ ਰਮਾਣਾ ਸਾਹਿਬ, ਪਰ ਮੈਂ ਇਹ ਚਾਹੂੰਗਾ ਕਿ ਮੈਂ ਸਾਂਝੀ ਕਰਾਂ ਆਪਣੇ BC ਵਸਦੇ ਪੰਜਾਬੀਆਂ ਵੀਰਾਂ ਨਾਲ ਵੀ ਜਦੋਂ ਵੀ ਤੁਹਾਨੂੰ ਕੋਈ ਡਿਊਟੀ ਮਿਲਦੀ ਸਰਕਾਰ ਵੱਲੋਂ, ਉਸ ਡਿਊਟੀ ਨੂੰ ਨਿਭਾਉਣ ਲਈ ਉਹ ਅਫਸਰ ਯਾਦ ਰੱਖਿਆ ਜਾਂਦਾ ਜਿਹੜਾ ਇਨੋਵੇਟਿਵ ਰਹੇ, ਪ੍ਰੋਐਕਟਿਵ ਹੋਵੇ ਤੇ ਸਮਰਪਿਤ ਹੋਵੇ। ਤੇ ਜਦੋਂ ਮੇਰੇ ਕੋਲ ਰਮਾਣਾ ਜੀ 2006-07 ਦੇ ਵਿੱਚ ਫਰਟੀਲਾਈਜ਼ਰ ਦੀ ਸ਼ੀਟ ਆਈ, ਮੈਂ ਚੀਫ ਮੈਨੇਜਰ ਇਨਪੁਟ ਸੀ, ਉਦੋਂ ਸਾਨੂੰ ਇਹ ਗਿਆਨ ਹੋ ਗਿਆ ਕਿ ਜੁਲਾਈ ਅਗਸਤ ਮਹੀਨੇ 'ਚ ਪਤਾ ਲੱਗ ਗਿਆ ਕਿ ਐਰਕੀ ਭਿਆਨਕ ਸੰਕਟ ਆਉਣ ਵਾਲਾ DAP ਸ਼ਾਰਟੇਜ ਦਾ, ਤੇ ਸਾਨੂੰ ਪਤਾ ਲੱਗ ਗਿਆ ਵੀ ਇਹ
ਸੜਕਾਂ ਤੇ ਕਿਸਾਨ ਨੂੰ ਆਉਣਾ ਪੈ ਸਕਦਾ ਜੇ ਅਗਾਊਂ ਪ੍ਰਬੰਧ ਨਾ ਕੀਤੇ। ਹੂੰ ਉਸ ਵੇਲੇ ਖੇਤੀਬਾੜੀ ਮਹਿਕਮੇ ਡਾਇਰੈਕਟਰ ਸੀਗੇ ਬਲਵਿੰਦਰ ਸਿੱਧੂ, ਵੀ ਪੀਯੂ ਦੇ ਹੈਗਾ। ਜੀ ਸਿੱਧੂ ਸਾਹਿਬ ਕੋਲ ਮੈਂ ਗਿਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਸੀਐਮ ਸਾਹਿਬ ਕੋਲ ਚੱਲੀਏ ਤੇ ਆਪਾਂ ਥੋੜਾ ਜਿਹਾ ਅਗਲੀ ਯੋਜਨਾ ਮੈਂ ਮੁੱਖ ਬਣਾਈ ਆ। ਮੰਤਰੀ ਬਾਦਲ ਸਾਹਿਬ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਤੇ ਬਾਦਲ ਸਾਹਿਬ ਸੀ 6 ਵਿੱਚ ਕੈਪਟਨ ਅਮਰਿੰਦਰ ਸਿੰਘ ਸੀਗੇ ਜੀ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਭਿਆਨਕ ਸੰਕਟ ਆਉਣ ਵਾਲਾ ਡੀਏਪੀ ਸ਼ਾਰਟੇਜ ਦਾ, ਤੇ ਮੈਂ ਕਿਹਾ ਜੀ ਇਹਦਾ ਹੱਲ ਇਹ ਹੈਗਾ, ਸਾਨੂੰ 6-7 ਕਰੋੜ ਰੁਪਏ ਚਾਹੀਦਾ ਹੋਏਗਾ ਕਿ 500 ਕਰੋੜ ਦਾ ਮਾਰਕਫੈਡ ਲੋਨ ਲਊਗੀ ਤੇ ਅਸੀਂ ਐਡਵਾਂਸ ਦੇ ਵਿੱਚ ਜਾ ਕੇ ਦਿੱਲੀ ਜਿਹੜੇ ਸਪਲਾਇਰ ਹੈਗੇ ਆ ਉਹਨੂੰ ਐਡਵਾਂਸ ਪੇਮੈਂਟ ਕਰਾਈਏ ਕਿ ਸਾਨੂੰ ਅਕਤੂਬਰ 'ਚ ਖਾਦ ਚਾਹੀਦੀ ਆ, ਲਓ ਪੈਸੇ। ਤੇ ਜਿਹੜਾ ਉਹ 500 ਕਰੋੜ ਦਾ ਵਿਆਜ ਆ 3-4 ਮਹੀਨੇ ਦਾ, ਉਹ 5-7 ਕਰੋੜ ਰੁਪਈਆ ਨਾ ਤਾਂ ਮਾਰਕਫੈਡ ਬੀਅਰ ਕਰ ਸਕਦੀ ਹੈ ਤੇ ਨਾ ਕਿਸਾਨ ਦੇ ਪੱਲੇ ਆਪਾਂ ਸਕਦੇ ਹਾਂ, ਨਾ ਆਪਾਂ ਸਹਿਕਾਰੀ ਸਭਾ ਦੇ ਸਕਦੇ ਹਾਂ। ਅਸੀਂ ਜਾ ਕੇ ਉਹ ਸੀਐਮ ਸਾਹਿਬ ਨੇ ਸਾਨੂੰ ਸੈਂਕਸ਼ਨ ਕਰਤਾ, ਅਸੀਂ ਉਹ 7 ਕਰੋੜ ਰੁਪਏ ਵਿਆਜ ਲੈ ਕੇ ਮਾਰਕਫੈਡ ਨੂੰ ਐਡਵਾਂਸ ਜਦੋਂ ਪੇਮੈਂਟ ਕਰਤੀ ਤੇ ਰਵਾਨਾ ਜੀ ਸਾਡੇ ਕੋਲੋਂ ਕੋਈ ਸੰਕਟ ਨਹੀਂ ਸੀ ਜੁਲਾਈ ਅਗਸਤ ਸਤੰਬਰ ਵਿੱਚ ਖਾਦ ਲੈਣ ਦੀ। ਤੇ ਜਦੋਂ ਖਾਦ ਦਾ ਸੰਕਟ ਨਹੀਂ ਆਇਆ ਤੇ ਜਿਹੜੀ ਰਿਕਾਰਡ ਤੇ ਗੱਲ ਇਹ ਆਈ ਆ ਕਿ 22 ਮਾਰਚ 2009 ਨੂੰ ਉਸ ਵੇਲੇ ਦੇ ਖਾਦ ਮੰਤਰੀ ਸ਼੍ਰੀਕਾਂਤ ਜੇਨਾ ਜੀ ਨੇ ਪਾਰਲੀਮੈਂਟ ਦੀ ਫਲੋਰ ਤੇ ਗੱਲ ਆਖੀ, ਜਦੋਂ ਉਹਨਾਂ ਨੂੰ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕਿਸਾਨ ਸੜਕਾਂ ਤੇ ਖਾਦ ਨਹੀਂ ਮਿਲਦੀ, ਉਹ ਕਹਿੰਦੇ ਗੋ ਟੂ ਪੰਜਾਬ ਮਾਰਕਫੈਡ, ਲਰਨ ਫਰਮ them ਹਾਊ ਹੈਵ ਦੇ ਹੈਂਡਲਡ ਅ ਕ੍ਰਾਈਸਿਸ। ਅੱਛਾ, ਹੁਣ ਇਹ ਕੰਮ ਥੋੜ੍ਹਾ ਜਿਹਾ ਔਖਾ ਸਵਾਲ ਹੈ, ਮੈਨੂੰ ਪਤਾ ਕਿ ਤੁਸੀਂ ਹੈਂਡਲ ਕਰ ਲੈਣਾ ਹੈ, ਕਿ ਤੁਸੀਂ 2-3 ਮੁੱਖ ਮੰਤਰੀਆਂ ਨਾਲ ਕੰਮ ਕੀਤਾ ਆਪਣੇ ਕਾਰਜਕਾਲ ਦੌਰਾਨ। ਤੁਹਾਡੇ ਵਾਸਤੇ ਜਿਵੇਂ ਹੁਣ ਤੁਸੀਂ ਕਿਹਾ ਕਿ ਫੜਕ ਦੇ ਨੇ ਤੁਸੀਂ ਗੱਲ ਦੱਸੀ, ਤੁਸੀਂ ਇਹ ਦੱਸਿਆ ਕਿ ਆਹ ਮੁਸ਼ਕਲ ਆ ਸਕਦੀ ਹੈ, ਕਪਤਾਨ ਸਾਹਿਬ ਨੇ ਉਹ ਗੱਲ ਸਮਝੀ ਤੇ ਫੌਰੀ ਉਹ 'ਤੇ ਐਕਟ ਕੀਤਾ। ਇਨ ਕੰਪੈਰੀਜ਼ਨ ਟੂ ਅਦਰ ਮੁੱਖ ਮੰਤਰੀ ਜਿਹੜੇ ਸੀਗੇ ਚੀਫ ਮਿਨਿਸਟਰਾਂ ਦੇ ਮੁਕਾਬਲਤਨ, ਸਾਨੂੰ ਥੋੜ੍ਹਾ ਦੱਸਿਓ ਕਿ ਜਿਵੇਂ ਜਦੋਂ ਤੁਸੀਂ ਪਹੁੰਚ ਕੀਤੀ, ਤੁਹਾਡੇ ਮਹਿਕਮੇ ਨੇ ਪਹੁੰਚ ਕੀਤੀ, ਕਿਹੜਾ ਮੁੱਖ ਮੰਤਰੀ ਸੀਗਾ, ਕਿਹੜੀ ਸਰਕਾਰ ਸੀ ਜਿਨ੍ਹਾਂ ਨੇ ਫੌਰੀ ਇਹਨਾਂ ਤੁਹਾਡੇ, ਤੁਸੀਂ ਐਕਸਪਰਟ ਹੋ ਆਪਣੀ ਫੀਲਡ ਦੇ, ਤੁਹਾਡੇ ਵੱਲੋਂ ਜਿਹੜੇ ਸੰਸਦ ਜ਼ਾਹਰ ਕੀਤੇ ਉਹਨਾਂ 'ਤੇ ਫੌਰੀ ਐਕਟ ਕੀਤਾ? ਦੇਖੋ ਰਵਾਨਾ ਸਾਹਿਬ, ਜਦੋਂ ਮੈਂ ਐਗਜ਼ਾਮਪਲ ਤੁਹਾਨੂੰ ਦਿੱਤੀ ਕੈਪਟਨ ਸਾਹਿਬ ਦੀ, ਜਦੋਂ ਬਾਦਲ ਸਾਹਿਬ ਦੇ 2 ਟਨਿਓਰ 'ਚ ਅਸੀਂ ਕੰਮ ਕੀਤੇ ਆ 2007 ਤੋਂ ਲੈ ਕੇ 2012 ਤੇ ਉਸ ਤੋਂ ਪਹਿਲਾਂ 97 ਤੋਂ ਲੈ ਕੇ 2002 ਤੱਕ ਤੇ ਫਿਰ 12 ਤੋਂ 17, ਉਹ ਤਿੰਨਾਂ ਟਨਿਓਰ 'ਚ ਵੀ ਮੈਂ ਦੇਖਿਆ ਕਿ ਜਿਹੜੇ ਕਿਸਾਨੀ ਨਾਲ ਸੰਬੰਧਿਤ ਮਸਲੇ ਸੀਗੇ, ਬਾਦਲ ਸਾਹਿਬ ਦਾ ਮੈਨੂੰ ਇਹਨੂੰ ਯਾਦ ਹੈ ਵੀ ਪਿੰਡ ਬਾਦਲ ਬੁਲਾ ਕੇ ਇੱਕ ਦਿਨ ਮੀਟਿੰਗ ਕਰਕੇ ਕਹਿੰਦੇ ਵੀ ਯਾਰ ਮੈਂ ਪੰਜਾਬ ਦਾ ਗੁੜ ਜਿਹੜਾ ਕਿਵੇਂ ਵਧੀਆ ਕਰ ਸਕਦਾ, ਸ਼ਰਮਾ ਸਾਹਿਬ ਮੈਨੂੰ ਦੱਸੋ ਜਿਹੜੇ ਕਿਸਾਨ ਵਾਂ ਗੰਨਾ ਪੈਦਾ ਕਰਦੇ ਉਹਨਾਂ ਨੂੰ ਆਪਾਂ ਕਿਵੇਂ ਹੈਲਪ ਕਰ ਸਕਦੇ ਹਾਂ। ਉਹਨਾਂ ਦੀ ਜਿਹੜੀ ਸਾਡੂ ਸਿਹਤ ਸੀ ਨਾ, ਉਹ ਅੱਜ ਵੀ ਨਹੀਂ ਭੁੱਲਦੇ। ਇੱਕ ਵਾਰੀ ਉਹਨਾਂ ਨੇ ਸਾਨੂੰ ਸ਼ਹਿਦ ਤੇ ਕੰਮ ਕਰਨ ਲਈ ਕਿਹਾ, ਬਾਦਲ ਪਿੰਡ ਗਏ, ਸ਼ਹਿਦ ਦੀਆਂ ਮੱਖੀਆਂ ਪਾਲਣ ਵਾਲੇ ਬੁਲਾ ਲਏ ਤੇ ਉਹਨਾਂ ਨੇ ਕਿਹਾ ਵੀ ਕੁਛ ਨਾ ਵੱਡਾ ਕੰਮ ਕਰਕੇ ਦਿਖਾਓ ਸ਼ਹਿਦ 'ਚ। ਤੇ ਗੁਰਕੀਰਤ ਕਿਰਪਾਲ ਸਿੰਘ ਮੇਰੇ MD ਸੀਗੇ। ਅਸੀਂ ਰਮਾਣਾ ਜੀ ਦਿੱਲੀ 'ਚ ਉਦੋਂ ਭਾਰਤ ਸਰਕਾਰ ਦਾ ਜਿਹੜਾ ਅਦਾਰਾ ਹੈਗਾ ਵਾ, ਉਹਦੇ ਵਿੱਚ ਨਾ ਐਕਸਪੋਰਟ ਨੂੰ ਬੜਾਵਾ ਦੇਣ ਵਾਸਤੇ ਕਾਫੀ ਸਬਸਿਡੀ ਮਿਲਦੀਆਂ ਤੇ ਅਪੀਡਾ ਕਹਿੰਦੇ ਉਹਨੂੰ, ਉਹਦੇ ਚੇਅਰਮੈਨ ਸੀਗੇ ਕ੍ਰਿਸ਼ਨ ਕੁਮਾਰ ਜੀ, ਬੜੇ ਆਲਾ ਅਫਸਰ, ਪੰਜਾਬ ਦੇ ਇਮਾਨਦਾਰ ਅਫਸਰ ਆ, ਉਹ ਮੇਰੇ MD ਰਹੇ ਸੀਗੇ। ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਪੰਜਾਬ ਵਾਸਤੇ ਬਾਦਲ ਸਾਹਿਬ ਕਹਿੰਦੇ ਵੀ ਕੋਈ ਭਲੇ ਦਾ ਕੰਮ ਕਰਨਾ ਤੇ ਸਾਨੂੰ ਤੁਸੀਂ ਗ੍ਰਾਂਟ ਦੇ ਸਕਦੇ ਆ ਸ਼ਹਿਦ ਦੇ ਪਲਾਂਟ ਦੀ। ਉਹ ਕਹਿੰਦੇ 8 ਕਰੋੜ ਰੁਪਏ ਗ੍ਰਾਂਟ ਮੈਂ ਮਨਜ਼ੂਰ ਕਰ ਦੂੰਗਾ, ਪਰ 18 ਮਹੀਨੇ ਦੇ ਵਿੱਚ ਤੁਸੀਂ ਨਵਾਂ ਇੱਕ ਪ੍ਰੋਸੈਸਿੰਗ ਦਾ ਹਨੀ ਦਾ ਪਲਾਂਟ ਲਾ ਕੇ ਦਿਖਾਓਗੇ ਤਾਂ ਠੀਕ ਆ, ਜੇ ਸ਼ਰਮਾ ਨਾ ਲਾ ਪਏ ਵਿੱਚ ਵਿਆਜ ਮੈਂ ਵਸੂਲੂੰਗਾ, ਨਾਲ ਤੇਰੇ ਖਿਲਾਫ ਲਿਖੂੰਗਾ। ਅੱਛਾ। ਤੇ ਮੈਂ ਕਿਹਾ ਸਰ 16 ਮਹੀਨੇ ਲਾ ਦੂੰ ਮੈਂ। ਤੇ ਰਵਾਨਾ ਜੀ 15.5 ਕਰੋੜ ਰੁਪਏ ਮਨਜ਼ੂਰ ਹੋਏ, 7.5 ਕਰੋੜ ਮਾਰਕਫੈਡ ਨੇ ਪਾਉਣਾ ਸੀ, 8 ਕਰੋੜ ਦੀ ਗ੍ਰਾਂਟ ਆ ਗਈ ਤੇ 15.5 ਕਰੋੜ ਦੀ ਬਜਾਏ ਜਦੋਂ MD ਸਾਹਿਬ ਕਹਿੰਦੇ ਸ਼ਰਮਾ ਤੂੰ ਇੰਚਾਰਜ ਆ, ਉਹ ਪਲਾਂਟ ਜਲੰਧਰ 'ਚ ਲੱਗ ਗਿਆ 11.25 ਕਰੋੜ 'ਚ, 4 ਕਰੋੜ ਬਚਾਇਆ ਉਹ 'ਚੋਂ। ਆਫਕੋਰਸ ਮੇਰੇ ਇੰਜੀਨੀਅਰ ਬਹੁਤ ਔਖੇ ਹੋਏ, ਮੇਰੇ ਥੀਏਟਰ ਸਾਹਿਬ ਬਹੁਤ ਔਖਾ ਹੋਇਆ ਵੀ ਸਾਨੂੰ ਠੱਗੀ ਨਹੀਂ ਮਾਰਨ ਦਿੱਤੀ, ਪਰ ਮੈਨੂੰ ਸੀਗਾ ਕਿ ਪੰਜਾਬ ਵਾਸਤੇ ਕੰਮ ਕਰ ਰਹੇ ਤੇ ਬਾਦਲ ਸਾਹਿਬ ਨੂੰ ਇਹ ਕਿਹਾ ਗਿਆ ਵੀ ਅਸੀਂ ਜਿਹੜਾ ਸ਼ਹਿਦ ਖਰੀਦਣਾ ਤੁਹਾਡੇ ਤੁੰਗ ਵਾਲੀ ਜਾਂ ਬਠਿੰਡੇ ਇਲਾਕੇ 'ਚ, ਉੱਥੇ ਮੈਂ ਕਿਹਾ ਸੀ ਵੀ ਮੈਂ ਇੱਕ ਸੌਫਟਵੇਅਰ ਬਣਾਇਆ, ਉਹ ਸੀਗਾ ਜੀ ਇੰਟਰੋਡਿਊਸਿੰਗ ਬਾਰ ਕੋਡਿੰਗ ਟੈਕਨੋਲੋਜੀ ਬੈਕ ਐਂਡ, ਜਾਣੀ ਆਪਾਂ ਜਦੋਂ ਰਵਾਨਾ ਜੀ ਕੋਈ ਮਾਰਕੀਟ ਚੀਜ਼ ਬਾਏ ਕਰਦੇ ਹੋ ਤੇ ਬਾਰ ਕੋਡ ਹੁੰਦੀ ਨਾ, ਆਪਾਂ ਟਰੇਸ ਕਰਦੇ ਹਾਂ, ਤੇ ਉਹ ਪਹਿਲੀ ਵਾਰੀ ਸੀ ਮਾਰਕਫੈਡ ਨੇ ਜਦੋਂ ਬਾਰ ਕੋਡਿੰਗ ਬੈਕ ਐਂਡ ਤੇ ਲਾਗੂ ਕੀਤੀ। ਉਹਦੇ 'ਚ ਅਸੀਂ ਇੱਕ ਬਕਟ ਦੇ ਉੱਪਰ ਜਦੋਂ ਕਿਸਾਨ ਕੋ ਸ਼ਹਿਦ ਲਿਆ, ਅਸੀਂ ਉਹਦੀ ਕੋਡਿੰਗ ਕਰਕੇ ਉੱਥੇ ਕਿਸਾਨ ਦੇ ਖੇਤ 'ਚ ਸ਼ਹਿਦ ਪਿਆ ਰਹਿਣ ਦਿੱਤਾ, ਕੱਲੇ ਬਕਟ ਸੈਂਪਲ ਲੈ ਕੇ ਉਹ ਸੈਂਪਲ ਜਿਹੜਾ ਕੰਪੋਜ਼ਿਟ ਦਿੱਲੀ ਭੇਜ ਕੇ 56,000 ਰੁਪਏ ਇੱਕ ਸੈਂਪਲ ਦੀ ਟੈਸਟਿੰਗ ਚਾਰਜ ਹੁੰਦੇ ਸੀਗੇ। ਇੰਟਰਟੈਕ ਦੀ ਲੈਬੋਰਟਰੀ ਜਰਮਨੀ, ਹੁਣ ਤਾਂ ਪੰਜਾਬ ਲੱਗੀ ਲੈਬੋਰਟਰੀ, ਬਾਦਲ ਸਾਹਿਬ ਲਾਈ ਬਾਤ ਲੈਬੋਰਟਰੀ, ਉਸ ਲੈਬੋਰਟਰੀ 'ਤੇ ਟੈਸਟ ਕਰਾਉਣਾ, ਇਹ 'ਚ ਕੋਈ ਐਂਟੀਬਾਇਓਟਿਕ ਨਹੀਂ, ਕੋਈ ਪੈਸਟੀਸਾਈਡ ਰੈਜ਼ੂਲ ਨਹੀਂ ਗਾ, ਕੋਈ ਇਹ 'ਚ ਲੈਡ ਨਹੀਂ, ਸਿੱਕਾ ਨਹੀਂ। ਤੇ ਫਿਰ ਅਸੀਂ ਉਹ ਸ਼ਹਿਦ ਚੱਕਦੇ ਸੀਗੇ ਤੇ ਹਰ ਬਾਲਟੀ ਨੂੰ ਜਲੰਧਰ ਪਲਾਂਟ ਲੈ ਕੇ ਸਕੈਨਿੰਗ ਕਰਦੇ ਸੀਗੇ, ਕਿਉਂਕਿ ਬਾਰ ਕੋਡਿੰਗ ਸੀਗੀ ਤੇ ਫਾਰਮਰ ਦਾ ਨਾਮ ਆ ਜਾਂਦਾ ਸੀਗਾ ਤੇ ਫਾਰਮਰ ਨੂੰ ਪਤਾ ਸੀ ਵੀ ਮੈਂ ਇਹ 'ਚ ਮਿਲਾਵਟ ਨਹੀਂ ਕਰਨੀ ਕਿਉਂਕਿ ਇਹ ਫੜ ਹੋ ਜਾਣਾ। ਤੇ ਅਸੀਂ ਉਹ ਜਿਹੜਾ ਸ਼ਹਿਦ ਜਿਹੜਾ ਉਹ ਇੰਨਾ ਵਧੀਆ ਸ਼ੁੱਧ ਪੈਦਾ ਕੀਤਾ ਕਿ 2016 ਦੇ ਵਿੱਚ ਜਰਮਨੀ ਸਰਕਾਰ ਨੇ ਸੈਂਪਲ ਡਰਾ ਕੀਤੇ, 19 ਦੀ ਗੱਲ ਸਾਰੀ, ਸੈਂਪਲ ਡਰਾ ਕੀਤੇ ਉੱਥੇ ਆਪਣਾ ਕੋਈ 13 ਸੈਂਪਲ ਫੇਲ ਹੋਏ, 3 ਪਾਸ ਹੋਏ, ਉਹ 'ਚ ਮਾਰਕਫੈਡ ਸੈਂਪਲ ਪਾਸ ਹੋਇਆ। ਮੈਨੂੰ ਖੁਸ਼ੀ ਹੋਈ ਕਿ ਬਾਦਲ ਸਾਹਿਬ ਲਾਇਆ ਬੂਟਾ ਇਹ ਫੌਰਨ ਜਾ ਕੇ ਪਾਸ ਹੋਇਆ। ਅੱਛਾ, ਬਾਦਲ ਸਾਹਿਬ ਤਾਂ ਗੱਲ ਠੀਕ ਹੈ, ਆਪਣੇ ਕੋਲ 1.5 ਮਿੰਟ ਬਚਦਾ, ਖਬਰਾਂ ਤੋਂ ਬਾਅਦ ਆਪਾਂ ਆਉਣ ਵਾਲਾ ਕੱਲ੍ਹ ਕਿਹਾ ਜਾਏਗਾ ਉਹਦੇ ਬਾਰੇ ਗੱਲਬਾਤ ਕਰਾਂਗੇ, ਪਰ 1.5 ਮਿੰਟ 'ਚ ਤੁਹਾਡੇ ਪ੍ਰੋਫੈਸ਼ਨਲ ਕਾਲੀਗ ਨੇ ਜਿਹੜੇ ਭਗਵੰਤ ਮਾਨ ਸਾਹਿਬ
ਨਾਲ ਵੀ ਤੁਹਾਡੀਆਂ ਹੁਣ ਰੀਸੈਂਟਲੀ ਮੁਲਾਕਾਤਾਂ ਹੋਈਆਂ ਨੇ, ਉਹਨਾਂ ਦੀ ਪਹੁੰਚ ਕਿਹੋ ਜਿਹੀ ਹੈ? ਬਿਲਕੁਲ ਉਹਨਾਂ ਦੀ ਬੜੀ ਅਗਰੈਸਿਵ ਫਾਰਮਿੰਗ ਇਸ਼ੂ ਦੇ ਉੱਪਰ, ਖੇਤੀਬਾੜੀ ਦੇ ਜਿਹੜੇ ਸਾਡੇ ਪ੍ਰੋਸੈਸਿੰਗ ਨੂੰ ਲੈ ਕੇ ਬਹੁਤ ਸੰਜੀਦਾ ਨੇ। ਮੈਨੂੰ 2-3 ਵਾਰੀ ਉਹ ਆਪ ਮਿਲ ਕੇ ਹਦਾਇਤ ਕਰ ਚੁੱਕੇ ਕਿ ਸ਼ਰਮਾ ਜੀ ਪ੍ਰੋਸੈਸਿੰਗ ਇਜ਼ ਦਾ ਓਨਲੀ ਆਨਸਰ। ਸਾਡੇ ਪੰਜਾਬੀ ਫਾਰਮਰ ਨੂੰ ਜੇ ਬਚਾਉਣਾ ਤਾਂ ਅਸੀਂ ਉਹਦੀ ਉਪਜ ਨੂੰ ਰਵਾਣਾ ਸਾਹਿਬ ਜਦ ਤੱਕ ਪ੍ਰੋਸੈਸ ਕਰਕੇ ਮੰਡੀ 'ਚ ਬਚਾਉਣਾ। ਹੁਣ ਜਿਹੜਾ ਨਵੀਂ ਕੈਂਪੇਨ ਚਲਾਈ ਅਸੀਂ ਮੈਂ ਤੇ ਭੱਲਾ ਸਾਹਿਬ ਨੇ, ਅਸੀਂ ਮਿਲਟ ਤੇ ਕੰਮ ਕਰ ਰਹੇ ਹਾਂ। ਪਿਛਲੇ 12 ਮਈ ਨੂੰ ਮਿਲਟ ਦੀ ਗੱਲ ਆਪਾਂ ਖਬਰਾਂ ਤੋਂ ਬਾਅਦ ਕਰਦੇ ਹਾਂ। ਅਸੀਂ ਮਤਲਬ ਸਰਕਾਰ ਦਾ ਇਹ ਆਦੇਸ਼ ਵਾ ਕਿ ਅਸੀਂ ਪੰਜਾਬ ਦੀਆਂ ਫੂਡ ਪ੍ਰੋਡਕਟਸ ਨੂੰ ਵਿਦੇਸ਼ੀ ਮੰਡੀ 'ਚ ਪਹੁੰਚਾਉਣਾ, ਉਹਦੇ ਵਿੱਚ ਯੋਜਨਾ ਬਣਾ ਰਹੇ ਹਾਂ। ਅੱਛਾ, ਇਹ ਦੱਸੋ ਕਿ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈਸਿੰਗ ਦੇ ਤਾਂ ਮੰਤਰੀ ਸੀਗੇ ਭਾਰਤ ਦੇ, ਤੇ ਉਹਨਾਂ ਨਾਲ ਤੁਹਾਡਾ ਕੋਈ ਸਹਿਯੋਗ, ਕਿਤੇ ਮੁਲਾਕਾਤ ਜਾਂ ਉਹਨਾਂ ਦੀ ਪਹੁੰਚ? ਉਹਨਾਂ ਦੇ ਵੇਲੇ ਹੀ ਅਸੀਂ ਸਬਸਿਡੀ ਲਈ, ਉਹਨਾਂ ਦੇ ਵੇਲੇ ਅਸੀਂ ਇਹ ਪ੍ਰੋਸੈਸਿੰਗ ਪਲਾਂਟ ਲਾਏ। ਬਰਾਏ ਮਿਹਰਬਾਨੀ ਬਾਦਲ ਸਾਹਿਬ ਕਿ ਕਦੇ ਹਰਸਿਮਰਤ ਬਾਦਲ ਜੀ ਨੂੰ ਸਾਹਮਣੇ ਬੈ ਗੱਲਬਾਤ ਕੀਤੀ? ਨਹੀਂ, ਅਸੀਂ ਹਰਸਿਮਰਤ ਬਾਦਲ ਜੀ ਨੂੰ ਵੀ ਦਿੱਲੀ ਜਾ ਕੇ ਮਿਲੇ ਸੀ ਜਦੋਂ ਮਿਨਿਸਟਰ ਸੀਗੇ। ਸਾਨੂੰ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਜਿਹੜੀ ਨਾ ਕੋਲਡ ਚੇਨ ਪੰਜਾਬ 'ਚ ਉਹ ਡਿਵੈਲਪ ਕਰਾਉਣ ਵਾਸਤੇ ਕੰਮ ਕਰੋ। ਮਾਰਕਫੈਡ ਨੂੰ ਵੀ ਕਿਹਾ ਗਿਆ, ਪੰਜਾਬ ਐਗਰੋ ਨੂੰ ਵੀ ਕਿਹਾ ਗਿਆ, ਤੇ ਅਸੀਂ ਰਮਾਣਾ ਸਾਹਿਬ ਜਿਹੜੀਆਂ ਪੰਜਾਬ ਦੇ ਏਅਰਪੋਰਟ ਹੈਗੇ ਆ ਉੱਥੇ ਜਿਹੜੇ ਅਸੀਂ ਫੈਸਿਲਿਟੀ ਡਿਵੈਲਪ ਕਰਾਈਆਂ ਸੀਗੀਆਂ ਤਾਂ ਕਿ ਸਾਡੇ ਪੰਜਾਬ ਦੀ ਫਰੈਸ਼ ਵੈਜੀਟੇਬਲ ਫਰੂਟ ਆ ਉਹ ਦੁਬਈ ਵੀ ਜਾ ਸਕੇ। ਉਹ ਫੈਸਿਲਿਟੀ ਡਿਵੈਲਪ ਕਰਾਈਆਂ ਸੀਗੀਆਂ ਅਸੀਂ। ਸੋ ਗੱਲਬਾਤ ਬਾਲਮਕੰਦ ਸ਼ਰਮਾ ਜੀ ਨਾਲ ਚੱਲਦੀ ਰਹਿਣੀ ਹੈ। ਇਹਨਾਂ ਦੀ ਮੈਂ ਵਾਅਦਾ ਕੀਤਾ ਕਿ ਇਹਨਾਂ ਨੇ ਮੇਰੇ ਨਾਲ ਕਿ ਜਾਣ ਲੱਗਿਆਂ ਥੋੜ੍ਹਾ ਬਹੁਤਾ ਹਲਕੀ ਫੁਲਕੀ ਗੱਲਬਾਤ ਵੀ ਕਰਾਂਗੇ, ਲੇਕਿਨ ਬਹੁਤ ਪਤੇ ਦੀਆਂ ਗੱਲਾਂ ਕਿ ਆਉਣ ਵਾਲਾ ਕੱਲ੍ਹ ਕਿਸਾਨ ਦਾ ਤੇ ਕਿਸਾਨ ਦੀ ਮਾਰਕੀਟਿੰਗ ਦਾ, ਵਿਸ਼ੇਸ਼ ਕਰਕੇ ਵਿਦੇਸ਼ਾਂ ਦੇ ਵਿੱਚ ਕੀ ਨਵੇਂ ਰਾਹ ਬਣਾਏ ਜਾ ਰਹੇ ਨੇ, ਕਿ ਕਿਸ ਕਿਸਮ ਦੀਆਂ ਸੰਭਾਵਨਾਵਾਂ ਨੇ, ਇਹਦੇ ਬਾਰੇ ਗੱਲਬਾਤ ਹੋਏਗੀ ਖਬਰਾਂ ਤੋਂ ਬਾਅਦ। ਫਿਲਹਾਲ ਛੋਟੀ ਜਿਹੀ ਬ੍ਰੇਕ। ਔਰ ਮੇਰੇ ਮਹਿਮਾਨ ਨੇ ਬਾਲਮਕੰਦ ਸ਼ਰਮਾ ਜੀ। ਗੱਲਬਾਤ ਚੱਲ ਰਹੀ ਹੈ ਪੰਜਾਬ ਦੀ ਕਿਸਾਨੀ ਦਾ ਆਉਣ ਵਾਲਾ ਕੱਲ੍ਹ ਕਹਿ ਜਾਏ, ਔਰ ਖਾਸ ਕਰਕੇ ਮਾਰਕੀਟਿੰਗ ਕਿੱਥੇ ਕਿੱਥੇ ਕਿਵੇਂ ਕਿਵੇਂ ਸੰਭਵ ਹੈ, ਔਰ ਕਿਸ ਕਿਸਮ ਦੀ ਯੋਜਨਾ ਹੋਣੀ ਚਾਹੀਦੀ ਹੈ। ਬਹੁਤ ਸਾਰੀਆਂ ਸ਼ਰਮਾ ਜੀ, ਮੈਂ YouTube ਅੱਜ ਕੱਲ੍ਹ ਜਦੋਂ ਵੀਡੀਓਜ਼ ਨਿਗਾਹ ਮਾਰਦਾ ਤਾਂ ਲੋਕ ਕਈ ਵਾਰਾਂ ਇੱਧਰੋਂ ਬਾਹਰੋਂ ਗੇੜਾ ਕੱਢ ਕੇ ਵਾਪਸ ਪਿੰਡਾਂ ਨੂੰ ਪਰਤੇ ਨੇ, 5-5 ਏਕੜ 'ਚੋਂ ਖਾਸੀ ਕਮਾਈ ਕਰ ਰਹੇ ਨੇ। ਲੋਕੀ ਹੁਣ ਮਾਰਕੀਟਿੰਗ ਬਾਰੇ ਮੇਰਾ ਖਿਆਲ ਜਾਣਨਾ ਚਾਹੁੰਦੇ ਨੇ, ਔਰ ਮਾਰਕੀਟਿੰਗ ਤੇ ਨਵੇਂ ਤਜਰਬੇ ਕਰ ਰਹੇ ਨੇ। ਆਉਣ ਵਾਲਾ ਕੱਲ੍ਹ ਕਿਸਾਨੀ ਦਾ ਕਹਿ ਜਾਏ। ਰਮਾਣਾ ਜੀ, ਕਿਸਾਨੀ ਜਿਹੜੀ ਆ ਉਹ ਦਿਸ਼ਾ ਬਦਲ ਰਹੀ ਆ, ਬਦਲਣੀ ਚਾਹੀਦੀ ਵੀ ਆ, ਕਿਉਂਕਿ ਪੰਜਾਬ ਨੇ ਲੰਬਾ ਸਮਾਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚ ਆਪਣੀ ਮਿੱਟੀ ਤੇ ਪਾਣੀ ਦਾ ਨੁਕਸਾਨ ਬਹੁਤ ਕੀਤਾ, ਖਾਸ ਤੌਰ ਤੇ ਝੋਨੇ ਨੇ। ਉਹਦੇ ਨਾਲ ਸਾਡੀ ਕੀ ਹੋਇਆ ਕਿ ਪਾਣੀ ਬਹੁਤ ਡੀਪ ਚਲੇ ਗਏ ਤੇ ਸਾਡੀ ਮਿੱਟੀ ਜਿਹੜੀ ਆ ਉਹਦੀ ਸਿਹਤ ਖਰਾਬ ਹੋ ਗਈ ਜੀ। ਹੁਣ ਅਸੀਂ ਕਹਿੰਦੇ ਆ ਕਿ ਜੇ ਮਿਲਟਸ ਨੂੰ ਅਸੀਂ ਅਡਾਪਟ ਕਰਦੇ ਆ, ਮੋਟੇ ਅਨਾਜ ਜਿਹੜੇ ਮੂਲ ਅਨਾਜ ਆ, ਇਹਨਾਂ ਦੀ ਖੇਤੀ ਅਸੀਂ ਵਧਾਈ ਜਾਵੇ, ਔਰ ਇਹਦੇ ਮੰਡੀਕਰਨ ਬਾਰੇ ਵੀ ਸੰਜੀਦਾ ਪੰਜਾਬ ਸਰਕਾਰ ਹੈਗੀ ਆ। ਅਸੀਂ ਆ 12 ਮਈ ਨੂੰ ਜਿਹੜੇ ਸਾਡੇ ਸਿਹਤ ਮੰਤਰੀ ਆ ਡਾਕਟਰ ਬਲਵੀਰ ਸਿੰਘ, ਉਹਨਾਂ ਨੂੰ ਬੇਨਤੀ ਕੀਤੀ ਸੀ। ਮੈਂ ਤੇ ਜਸਵਿੰਦਰ ਭੱਲਾ ਜੀ ਨੇ ਇੱਕ ਗੀਤ ਤਿਆਰ ਕੀਤਾ ਸੀ, ਤੁਹਾਡੇ ਸਾਥੀ ਡਾਕਟਰ ਕੇਵਲ ਅਰੋੜਾ, ਅੱਛਾ ਜੀ, ਫਰੀਦਕੋਟ ਤੋਂ ਡਾਕਟਰ ਸਾਹਿਬ, ਹਾਂਜੀ, ਉਹਨਾਂ ਨੇ ਲਿਖਿਆ ਗੀਤ, ਔਰ ਬਹੁਤ ਅੱਛਾ ਗੀਤ ਲਿਖਿਆ। ਤੇ ਉਹ ਮਿਲਟ ਕਿਉਂ ਖਾਣੇ ਚਾਹੀਦੇ ਆ, ਮਿਲਟ ਨੂੰ ਪ੍ਰਮੋਟ ਕਰਨ ਲਈ ਉਹ ਅਸੀਂ ਫਿਲਮਾਇਆ। 4.5 ਮਿੰਟ ਦਾ ਗੀਤ ਹੈਗਾ। ਉਹਦੇ ਵਿੱਚ ਅਸੀਂ ਕਿਹਾ ਕਿ ਜਿਹੜੇ ਤੁਹਾਡੇ ਬਲੱਡ ਪ੍ਰੈਸ਼ਰ, ਸ਼ੂਗਰ ਘਰ ਘਰ ਜਾ ਰਹੇ ਆ, ਮੈਡੀਕਲ ਸਟੋਰ ਖੁੱਲ੍ਹ ਰਹੇ ਆ, ਇਹ 'ਤੇ ਠੱਲ ਪਾਉਣ ਦੀ ਲੋੜ ਆ। ਔਰ ਹੱਲ ਕੀ ਆ ਕਿ ਅਸੀਂ ਦੁਬਾਰਾ ਪਰਤੀਏ ਮੂਲ ਅਨਾਜਾਂ ਤੇ। ਸਾਡੀ ਕਿਸਾਨੀ ਦਾ ਉਹ 'ਚ ਫਾਇਦਾ ਹੋਊਗਾ ਕਿ ਪਾਣੀ ਦੀ ਬਹੁਤ ਘੱਟ, ਯਾਨੀ ਜਵਾਰ, ਬਾਜਰਾ ਤੇ ਕਣਕੀ, ਕੋਦਰੇ ਦੀ ਰੋਟੀ ਆਪਾਂ ਗੱਲ ਕਰਦੇ ਹਾਂ, ਛੋਟੀ ਕਣਕੀ, ਬਿਲਕੁਲ ਸਵਾਂਕ, ਇਹ ਸਾਡੇ ਜਿਹੜੇ ਆ ਮੂਲ ਅਨਾਜ ਹੈਗੇ ਆ, ਸਾਡੇ ਬਜ਼ੁਰਗ ਖਾਂਦੇ ਸੀਗੇ। ਉਹ ਅਸੀਂ ਰੋਟੀ ਖਾਈਏ। ਅਸੀਂ ਇਕੱਲੀ ਰੋਟੀ ਦੀ ਗੱਲ ਨਹੀਂ, ਅਸੀਂ ਇਹਦੀ ਸੂਜੀ, ਅਸੀਂ ਇਹਦੇ ਜਿਹੜੇ ਆਟਾ ਬਣਾਈਏ, ਅਸੀਂ ਇਹਦੇ ਜਿਹੜੇ ਜਿੰਨੇ ਵੀ ਸਨੈਕਸ ਆ। ਰਮਾਣਾ ਜੀ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ 15 ਜਨਵਰੀ 2023 ਨੂੰ ਸ਼ਿਵਾਲਕ ਸਕੂਲ ਮੋਹਾਲੀ 'ਚ ਅਸੀਂ ਇੱਕ ਮਿਲਟ ਮੇਲਾ ਕਰਾਇਆ ਪੰਜਾਬ ਸਰਕਾਰ ਨੇ। ਉਸ ਮੇਲੇ ਵਿੱਚ ਸਾਡੇ ਸਪੀਕਰ ਸਾਹਿਬ ਸੰਧਵਾ ਸਾਹਿਬ ਆਏ, ਉੱਥੇ ਸਾਡੇ ਸਿਹਤ ਮੰਤਰੀ ਬਲਵੀਰ ਸਿੰਘ ਜੀ ਆਏ। ਉਸ ਮੇਲੇ ਵਿੱਚ ਅਸੀਂ ਜਿੰਨੀਆਂ ਸਟਾਲਾਂ ਲੱਗੀਆਂ, ਉਹ ਹਰ ਸਟਾਲ ਤੇ ਮਿਲਟ ਦੇ ਖਾਣੇ ਪਰੋਸੇ ਗਏ। ਅੱਛਾ ਜੀ। ਚਾਹੇ ਡੋਸਾ ਸੀ, ਚਾਹੇ ਟਿੱਕੀ ਸੀ, ਚਾਹੇ ਕਣਕੀ ਦੀ ਖੀਰ ਸੀ ਕੰਗਣੀ ਦੀ, ਚਾਹੇ ਉੱਥੇ ਜਿੰਨੀਆਂ ਵੀ ਪਕਵਾਨ ਸੀ ਉਹ ਮਿਲਟ ਬੇਸਡ ਸੀਗੇ। ਤੇ ਮੰਤਰੀ ਸਾਹਿਬ ਨੇ ਜਦੋਂ ਸਾਡੀ ਆ ਰਿਲੀਜ਼ ਕੀਤੀ ਆ ਸੌਂਗ 12 ਮਈ ਨੂੰ ਪੰਜਾਬ ਭਵਨ 'ਚ, ਉੱਥੇ ਵੀ ਇਹ ਕਿਹਾ ਕਿ ਅਸੀਂ ਚਾਹਾਂਗੇ ਕਿ ਪੰਜਾਬ ਦੇ ਵਿੱਚ ਸਾਡੀਆਂ ਸਰਕਾਰੀ ਕੰਟੀਨਾਂ ਦੇ ਵਿੱਚ, ਸਾਡੀਆਂ ਜਿਹੜੀਆਂ ਸਰਕਾਰੀ ਸਕੀਮਾਂ 'ਚ, ਮਿਡ ਡੇ ਮੀਲ ਵਿੱਚ, ਜਾਂ ਸਾਡੀਆਂ ਜਿਹੜੀਆਂ ਆਂਗਨਵਾੜੀ ਜਿਹੜੇ ਖਾਣੇ ਪਰੋਸ ਹੁੰਦੇ ਆ, ਉਹ 'ਚ ਮਿਲਟ ਇੰਟਰੋਡਿਊਸ ਕਰੀਏ। ਮਾਰਕਫੈਡ ਜਾਂ ਵੇਰਕਾ ਜਾਂ ਪੰਜਾਬ ਐਗਰੋ ਅਦਾਰੇ ਆ, ਇਹਨਾਂ ਨੂੰ ਪ੍ਰੋਸੈਸਿੰਗ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਕਿ ਅਸੀਂ ਮਿਲਟ ਦੇ ਜਿਹੜੀਆਂ ਪ੍ਰੋਸੈਸਿੰਗ ਫੈਸਿਲਿਟੀ ਲਾਈਏ, ਪ੍ਰਾਈਵੇਟ ਸੈਕਟਰ ਵਿੱਚ ਉਤਸ਼ਾਹ ਵਧਾਈਏ, ਤੇ ਸਾਡੇ ਮਿਲਟ ਦੇ ਪਕਵਾਨ ਬਣ ਕੇ ਤੁਹਾਡੇ ਸਟੋਰਾਂ ਦੀ ਸ਼ਾਨ ਬਣ। ਇਹ ਸਾਡਾ ਵਿਜ਼ਨ ਆ। ਥੋੜ੍ਹਾ ਸਾਨੂੰ ਦੱਸੋ ਸਾਨੂੰ ਕਿ ਇਹ ਕੋਈ ਖਾਸ ਕਿਸਮ ਦੀ ਮਿੱਟੀ ਖਾਸ ਇਲਾਕਿਆਂ 'ਚ ਹੋਏਗਾ ਕਿ ਕਿੱਥੋਂ ਇਹਦਾ ਆਗਾਜ਼ ਹੋਏਗਾ? ਮੈਨੂੰ ਪਤਾ ਹੈ ਕਿ ਨਿੱਕੇ ਹੁੰਦਿਆਂ ਅਸੀਂ ਬਾਜਰੇ ਦੀ ਰੋਟੀ ਤਾਂ ਆਮ ਬਣਦੀ ਸੀ। ਸਾਡੀਆਂ ਜ਼ਮੀਨਾਂ ਬਿਲਕੁਲ ਇਹਦੇ ਲਈ ਕੋਈ ਸਾਨੂੰ ਖਾਸ ਵਿਸ਼ੇਸ਼ ਪੈਕੇਜ ਦੀ ਲੋੜ ਨਹੀਂ ਗੀ। PAU ਨੇ ਆਲਰੇਡੀ ਮਿਲਟ ਦਾ ਇੱਕ ਸੈਕਸ਼ਨ ਖੋਲ੍ਹਿਆ ਹੋਇਆ, ਉਹਦੇ ਵਿੱਚ ਤੁਹਾਨੂੰ ਜਿਹੜੀਆਂ ਬਾਜਰਾ ਹੋ ਗਿਆ, ਸਰਗਮ, ਚਰੀ ਜਿਹੜੀ ਆ, ਇਹਦੀਆਂ ਸਾਡੀਆਂ ਉਤਪਾਦ ਪਹਿਲਾਂ ਹੀ ਕਰਦੇ ਅਸੀਂ। ਤੇ ਅਸੀਂ ਇਹਦੇ 'ਚ ਇਹਨੂੰ ਖਾਣ ਦੇ ਵਿੱਚ ਕਿਵੇਂ ਐਡ ਕਰਨਾ, ਇਹ ਨਹੀਂ ਵੀ ਤੁਸੀਂ ਡੇਲੀ ਮਿਲਟ ਖਾਣੀ, ਹਫ਼ਤੇ 2 ਵਾਰੀ ਤੁਸੀਂ ਮਿਲਟ ਐਡ ਕਰ ਲਓ,
ਔਰ ਇੱਕ ਮਿਲਟ ਨਹੀਂ ਖਾਣੀ, ਇਹਨੂੰ ਬਦਲ ਕੇ ਖਾਣਾ ਚਾਹੀਦਾ। ਉਹਦੇ 'ਚ ਕਿਹਾ ਇਹ ਗਿਆ ਵਾ ਵੀ ਜਿਹੜੀਆਂ ਸਾਡੀਆਂ ਲੋੜਾਂ ਸਰੀਰ ਦੀਆਂ, ਉਹਦੇ 'ਚ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈ, ਫਾਈਬਰ ਦਾ ਬਹੁਤ ਵਧੀਆ ਸੋਰਸ ਆ, ਅਤੇ ਜਿਹੜਾ ਬੰਦਾ ਮਿਲਟ ਖਾਂਦਾ ਵਾ ਉਹਦੇ ਲਾਗੇ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਆ ਹੀ ਨਹੀਂ ਸਕਦਾ। ਤੁਸੀਂ ਬਾਦਲ ਸਾਹਿਬ ਦਾ ਜ਼ਿਕਰ ਕਰ ਰਹੇ ਸੀਗੇ। ਬਾਦਲ ਸਾਹਿਬ ਮੈਨੂੰ ਪਤਾ ਕਿ ਬਾਜਰੇ ਦੀ ਰੋਟੀ ਖਾ ਕੇ ਬਹੁਤ ਸ਼ੌਕੀਨ ਸੀਗੇ। ਬਿਲਕੁਲ, ਉਹਨਾਂ ਨੇ ਵੀ ਕਿਹਾ ਸੀ ਕਿ ਬਾਦਲ ਉਹਨਾਂ ਦੀ ਦੇਖੋ ਇੰਨੀ ਸੋਹਣੀ ਲੰਬੀ ਉਮਰ ਭੋਗ ਕੇ ਗਏ ਆ, ਉਹਦਾ ਕਾਰਨ ਇਹ ਸੀਗਾ ਇੰਨੇ ਵਿਅਸਤ ਰਹਿਣ ਦੇ ਬਾਵਜੂਦ ਵੀ ਉਹ ਮੈਂਟਲੀ ਫਿਜ਼ੀਕਲੀ ਫਿੱਟ ਰਹੇ ਆ, ਅਤੇ ਮਿਲਟ ਦਾ ਬਹੁਤ ਵੱਡਾ ਯੋਗਦਾਨ ਸੀ। ਮੈਂ ਸਰੋਤਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਦੇਖਦੇ ਹਾਂ ਕਿ ਹੁਣ ਕਾਫੀ ਥਾਵਾਂ 'ਤੇ ਕਿਸਾਨ ਕੋਸ਼ਿਸ਼ਾਂ ਕਰ ਰਹੇ ਨੇ, ਕੁਝ ਨਵੇਂ ਆਪਣੇ ਬਾਕਸ 'ਚੋਂ ਨਿਕਲ ਕੇ ਤਜਰਬੇ ਕਰ ਰਹੇ ਨੇ। ਕੋਈ ਗੰਨਾ ਲਾ ਰਿਹਾ ਹੈ, ਕੋਈ ਗੰਨੇ ਨੂੰ ਗਾਂ ਫਰਦਰ ਪ੍ਰੋਡਕਟਸ ਦੇ ਵਿੱਚ ਕਰਕੇ ਵੇਚ ਰਿਹਾ ਹੈ, ਕੋਈ ਜੂਸ ਬਾਰਜ਼ ਲਾ ਰਿਹਾ ਆਪਣੇ ਖੇਤ ਦੇ ਬਾਹਰ, ਯਾਨੀ 2-2 4-4 5-5 ਏਕੜ ਦੇ ਵਿੱਚੋਂ ਖਾਸੀ ਇਨਕਮ ਕੁਝ ਜਿਹੜੇ ਬਾਹਰੋਂ ਹੋ ਕੇ ਪਰਤੇ ਹੋਏ ਕਿਸਾਨ ਨੇ ਉਹ ਕਰ ਰਹੇ ਨੇ ਇਨਕਮ। ਮੈਂ ਤੁਹਾਡੀ ਇਸੇ ਗੱਲ ਨੂੰ ਫੜਨ ਲੱਗਾ ਜੀ ਕਿ ਅਫਰੀਕਾ ਦੇ ਵਿੱਚੋਂ ਸਾਡਾ ਇੱਕ ਬਰਖਰਦਾਰ ਮੁੰਡਾ ਹਰਮਨ, ਉਹ ਤਰਨਤਾਰਨ ਦੇ ਕੋਲ ਕਿਸੇ ਪਿੰਡ 'ਚ ਰਹਿੰਦਾ ਵਾ, ਅਤੇ ਉਹਨੇ ਉੱਥੋਂ ਟ੍ਰੇਨਿੰਗ ਲਈ ਕੀਨੀਆ ਜਾ ਕੇ ਆਇਆ, ਅਫਰੀਕਾ ਜਾ ਕੇ ਆਇਆ। ਉਹਨੇ ਉੱਥੋਂ ਪਲਾਂਟ ਮਟੀਰੀਅਲ ਇੰਪੋਰਟ ਕੀਤੇ ਆ, ਡਰੈਗਨ ਫਰੂਟ, ਐਵੋਕੈਡੋ। ਤੁਸੀਂ ਹੈਰਾਨ ਮੰਨੋਗੇ ਜਸਵੀਰ ਜੀ, ਜਿਨ੍ਹਾਂ ਦੇ ਖੇਤਾਂ 'ਚ ਲਾਇਆ ਉਹਨੇ, ਉਹ ਮੁੰਡਾ ਕਹਿੰਦਾ ਜੀ ਮੈਂ ਆਪਣਾ ਪੂਰਾ ਨੌਲੇਜ ਵਰਤ ਕੇ ਜਿਹਨਾਂ ਨੂੰ ਗਾਈਡ ਕੀਤਾ, ਕਿਸਾਨ ਇੰਨੇ ਖੁਸ਼ ਆ ਕਿ ਸਾਡੇ ਐਵੋਕੈਡੋ 700-800 ਰੁਪਏ ਕਿਲੋ ਚੀਜ਼ ਆ, ਜਿਹੜੇ ਸ਼ਹਿਰਾਂ ਚੰਡੀਗੜ੍ਹ ਵਿਕਦੇ ਆ, ਉਹ 250 ਰੁਪਏ ਕਿਲੋ ਉਹ ਫਾਰਮ ਤੋਂ ਵੇਚਦਾ। ਉਹ ਚੀਜ਼ ਜਿਹੜੀ ਐਵੋਕੈਡੋ ਜਾਂ ਡਰੈਗਨ ਫਰੂਟ ਆ, ਉਹ ਸਾਡੇ ਵਿਆਹਾਂ ਦੇ ਵਿੱਚ ਸਾਡੇ ਜਿਹੜੇ ਪਕਵਾਨ ਬਣਦੇ ਆ, ਉਹਦੀ ਸਿੰਬਲ ਬਣ ਗਿਆ। ਯੈਸ, ਸ਼ਾਨ ਬਣਦੀ ਆ, ਸਟੇਟਸ ਫਰੂਟ ਬਣ ਗਿਆ, ਔਰ ਉਹਦੀ ਜਿਹੜੀ ਖੇਤੀ ਆ ਉਹ ਪੰਜਾਬ 'ਚ ਆ ਚੁੱਕੀ ਆ। ਅਤੇ ਸਾਡੇ ਕਿਸਾਨ NRI ਕਿਸਾਨ ਜਿਹੜੇ ਬਹੁਤ ਖੁਸ਼ ਹੋਣਗੇ ਕਿ ਅਸੀਂ ਉਹ ਖੇਤੀ ਨੂੰ ਕਰਾਈਏ, ਠੇਕੇ ਵੀ ਸਾਡੇ ਵਧਣਗੇ, ਸਾਡੀ ਜ਼ਮੀਨ ਜਿਹੜੀ ਆ ਉਹਨੂੰ ਬਾਰ-ਬਾਰ ਠੇਕੇ ਦੀ ਲੋੜ ਨਹੀਂ। ਇੱਕ ਵਾਰ ਚੜ੍ਹ ਗਈ ਠੇਕੇ, ਇਨੀਸ਼ੀਅਲ ਕਾਸਟ 2.5 ਲੱਖ ਰੁਪਏ ਹੁੰਦੀ ਹੈ ਏਕੜ ਮਗਰ, ਪਰ ਤੁਹਾਡੀ ਆਮਦਨ ਜਿਹੜੀ ਇੰਨੀ ਵਧੀਆ ਹੋ ਜਾਂਦੀ ਆ, ਸਾਡੀ ਜਿਹੜੀ ਆ ਬਾਕੀ ਸਮੱਸਿਆ ਵੀ ਹੱਲ ਹੋ ਜਾਂਦੀ ਆ। ਮੈਂ ਕਾਲਰਸ ਨੂੰ ਬੇਨਤੀ ਕਰਾਂ ਕਿ ਜੇਕਰ ਤੁਸੀਂ ਬਾਲਮਕੰਦ ਸ਼ਰਮਾ ਜਿਹੜੀ ਜਾਣਕਾਰੀ ਦੱਸ ਰਹੇ ਨੇ ਆਪਾਂ ਨੂੰ, ਖਾਸ ਕਰਕੇ ਜਿਹੜਾ ਮੋਟਾ ਅਨਾਜ ਹੈਗਾ ਮਿਲਟਸ ਦੇ, ਜਵਾਰ, ਬਾਜਰਾ ਅਤੇ ਹੋਰ ਜਿਹੜੀਆਂ ਸਾਰੀਆਂ ਕਣਕੀ ਦੇ ਬਾਰੇ ਜਿਹੜੀ ਜਾਣਕਾਰੀ ਦੇ ਰਹੇ ਨੇ, ਤੁਸੀਂ ਉਹਦੇ ਬਾਰੇ ਕੋਈ ਸਵਾਲ ਕਰਨਾ ਹੋਵੇ, ਕੋਈ ਉਤਸੁਕਤਾ ਹੋਵੇ ਜਾਂ ਸਲਾਹ ਦੇਣੀ ਹੋਵੇ, ਕਿਉਂਕਿ ਮੂਲ ਮਕਸਦ ਅੱਜ ਦੀ ਇਸ ਗੱਲਬਾਤ ਦਾ ਇਹੋ ਹੀ ਹੈ ਕਿ ਪੰਜਾਬ ਦਾ ਕਿਸਾਨ ਹੁਣ ਨਵੇਂ ਤਜਰਬੇ ਕਰਨ ਦੇ ਮੂਡ 'ਚ ਆ ਗਿਆ, ਔਰ ਸਰਕਾਰ ਜਿਹੜੀ ਹੈ ਉਹਦੇ ਨਾਲ ਸਿੱਧਾ ਸੰਪਰਕ ਹੈ ਬਾਲਮਕੰਦ ਸ਼ਰਮਾ ਜੀ ਅਤੇ ਇਹਨਾਂ ਵਰਗੇ ਹੋਰ ਕਈ ਵਿਦਵਾਨ ਨੇ ਜਿਨ੍ਹਾਂ ਨੇ ਸਾਰੀ ਉਮਰ ਮਿਹਨਤ ਕੀਤੀ ਆ, ਔਰ ਇਨੋਵੇਟਿਵ ਢੰਗ ਤਰੀਕੇ ਦੇ ਨਾਲ ਨਵੀਆਂ ਗੱਲਾਂ ਨੂੰ ਜੀ ਆਇਆਂ ਆਖਿਆ ਇਹਨਾਂ ਨੇ। ਸੋ ਤੁਸੀਂ ਅਗਰ ਪੁੱਛਣਾ ਚਾਹੋ ਕੋਈ ਸਵਾਲ 604-204-0600 ਮੈਂ ਲਾਈਨਾਂ ਖੋਲ੍ਹ ਰਿਹਾ, 1-2 ਕਾਲਸ ਲੈ ਕੇ ਦੇਖਦੇ ਹਾਂ ਆਪਾਂ। ਸਾਡੇ ਪਹਿਲੇ ਕਾਲਰ ਨੇ ਅਗਿਆਤ ਕਾਲਰ ਨੇ, ਐਨੋਨਿਮਸ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੈਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਨੋਨਿਮਸ ਕਿਉਂ ਆਏ ਤੁਸੀਂ ਰਾਜਦੀਪ? ਕਾਲ ਕਰਕੇ ਆਇਆ ਕਰੋ, ਆਪਣਾ ਨੰਬਰ ਡਿਸਪਲੇ ਕਰਿਆ ਕਰੋ, ਚੰਗਾ ਲੱਗਦਾ ਹੈ ਤੁਹਾਡੇ ਨਾਲ ਗੱਲ ਕਰਕੇ। ਐਂਡ ਸਾਡੇ ਅਗਲੇ ਕਾਲਰ ਨੇ ਗੁਰਮੇਲ ਸਿੰਘ ਜੀ ਤੇ ਟਾਂਡੀ ਮੰਗਤ ਜੀ। ਟਾਂਡੀ ਜੀ ਆਓ ਜੀ, ਆਇਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਜੀ, ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਆ, ਪਰ ਕਿਸਾਨ ਜਿਹੜੇ 3 ਰੇਟ ਜਿੱਦਾਂ ਫਸਲਾਂ ਦੇ ਪ੍ਰਕਾਸ਼ ਸਿੰਘ ਬਾਦਲ ਬਹੁਤ ਲੜਦੇ ਰਹੇ ਬਹੁਤ ਚਿਰ, ਜਿੱਦਾਂ ਬਈ ਕਣਕ ਦਾ, ਝੋਨੇ ਦਾ ਰੇਟ ਸੈੱਟ ਕੀਤਾ, ਕਮਾਦ ਦਾ ਰੇਟ ਸੈੱਟ ਕੀਤਾ ਗੌਰਮੈਂਟ ਦੇ ਨਾਲ। ਹੁਣ ਜਿਹੜੀਆਂ ਮਰਜ਼ੀ ਫਸਲਾਂ ਆ ਜਾਣ, ਜਾਂ ਤਾਂ ਰੇਟ ਹੀ ਨਹੀਂ ਸੈੱਟ ਜੱਟਾਂ ਦਾ, ਤੇ ਜਿੱਥੇ ਹੁਣ ਜੇ ਆਲੂ ਵੀ ਤੇ ਆਲੂ ਰੁਲ ਜਾਂਦੇ, ਜੇ ਟਮਾਟਰ ਵੀ ਦੇ ਟਮਾਟਰ ਰੁਲ ਜਾਂਦੇ, ਤੇ ਗਾਂ ਹੁਣ ਬਾਜਰਾ, ਇਹ ਕਹਿੰਦੇ ਆ ਬਾਜਰਾ ਰੁਲੂਗਾ, ਜਦ ਗੌਰਮੈਂਟ ਨਹੀਂ ਸੈੱਟ ਕਰਦੀ। ਸ਼ਾਇਦ ਇਸੇ ਗੱਲ ਦਾ ਹੀ ਉਪਾਅ ਹੈਗਾ ਕਿ ਤੁਹਾਡੀ ਮੰਡੀ ਜਿਹੜੀ ਹੈ ਉਹ ਪੰਜਾਬ ਤੱਕ ਸੀਮਤ ਨਾ ਰਹੇ, ਕਿਉਂਕਿ ਜਦੋਂ ਅਸੀਂ ਸਰਦਾਰ ਜੀ ਬਾਜਰੇ ਦੀ ਜਿਹੜੀ ਪ੍ਰੋਸੈਸਿੰਗ ਕਰਕੇ ਉਹਦੀ ਕੋਈ ਅੱਛੀ ਉਤਪਾਦ ਬਣਾ ਕੇ ਬਾਹਰਲੀਆਂ ਮੰਡੀਆਂ 'ਚ ਭੇਜਾਂਗੇ, ਤੇ ਲੋਕੀ ਬਹੁਤ ਸਿਆਣੇ ਹੋ ਰਹੇ ਆ। ਜਿਹੜਾ 2023 ਵਰ੍ਹਾ ਵਾ, ਇਹ UNO ਨੇ ਅੰਤਰਰਾਸ਼ਟਰੀ ਵਰ੍ਹਾ ਮਿਲਟ ਦਾ ਡਿਕਲੇਅਰ ਕੀਤਾ, ਈਟ ਰਾਈਟ ਮੇਲੇ ਲਾਓ। ਤੇ ਇਹਦੇ ਵਿੱਚ ਜਦੋਂ ਇਹ ਲੋਕਾਂ ਦੇ ਦਿਮਾਗ 'ਚ ਗੱਲ ਪੈ ਗਈ ਕਿ ਅਸੀਂ ਬਾਜਰਾ ਰੋਟੀ ਦੀ ਫਾਰਮ 'ਚ ਨਹੀਂ ਬਾਕੀ ਫਾਰਮ 'ਚ ਵੀ ਕੰਜ਼ਿਊਮ ਉਹਦੀ ਮੰਗ ਵੱਧ ਗਈ, ਤੇ ਇਹਦੇ ਰੇਟ ਵੀ ਅੱਛੇ ਮਿਲਣਗੇ, ਤੇ ਕਿਸਾਨ ਦੀ ਜਿਹੜੀ ਆ ਤਕਲੀਫ ਆ ਉਹ ਦੂਰ ਹੋਊਗੀ। ਅੱਛਾ, ਤੁਸੀਂ ਜਦੋਂ ਬਤੌਰ ਮਾਰਕਫੈਟ ਦੇ ਵਿੱਚ ਇਨ ਸਰਵਿਸ ਸੀਗੇ, ਤੁਸੀਂ ਉਦੋਂ ਵੀ ਕਾਫੀ ਪ੍ਰੋਡਕਟਸ ਜਿਹੜੇ ਬਾਹਰਲੀ ਮੰਡੀ 'ਚ ਪਹੁੰਚਦੇ ਕੀਤੇ ਨੇ, ਥੋੜ੍ਹਾ ਉਹਦੇ ਬਾਰੇ ਦੱਸਿਓ ਮੈਨੂੰ। ਜੀ ਅਸੀਂ ਰਮੈਣਾ ਜੀ, ਮਾਰਕਫੈਟ ਤਾਂ 70s ਤੋਂ ਆਪਣੇ ਸਰਸੋਂ ਦੇ ਸਾਗ ਕਰਕੇ ਵਿਦੇਸ਼ਾਂ ਜਾਣੀ ਜਾਂਦੀ, ਸੋਹਣਾ ਸਾਗ ਸਾਡਾ ਨੋ ਡਾਊਟ 60-70% ਇਕੱਲਾ ਦੁਬਈ 'ਚ ਹੀ ਜਾ ਵੜਦਾ। ਸਾਡੇ ਜਿੰਨੀ ਪੰਜਾਬ ਦੀ ਲੇਬਰ ਫੋਰਸ ਦੁਬਈ 'ਚ ਕੰਮ ਕਰਦੀ ਆ, ਉਹਨਾਂ ਨੂੰ ਜਦੋਂ ਸ਼ਾਮ ਨੂੰ ਘਰ ਪਰਤ ਕੇ ਆਉਂਦੇ ਆ, ਤੇ 450 ਗ੍ਰਾਮ 1 ਪਾਉਂਡ ਦਾ ਉਹ ਡੱਬਾ ਹੁੰਦਾ, ਜਾਂ 800 ਗ੍ਰਾਮ ਦਾ ਡਬਲ ਪੈਕਟ ਹੁੰਦਾ, ਉਹ ਜਦੋਂ 4-5 ਬੰਦੇ ਖੋਲ੍ਹਦੇ ਆ, ਤੇ ਉਹ 1.5 ਸਾਲ ਦੀ ਸ਼ੈਲਫ ਲਾਈਫ ਆ, ਤੇ ਡੱਬਾ ਉਹ ਸਾਗ ਬਿਲਕੁਲ ਮਾਂ ਦੇ ਹੱਥ ਦੇ ਬਣਿਆ ਹੋਇਆ ਸਾਗ ਹੁੰਦਾ, ਉਹ ਖਾਂਦੇ ਆ। ਉਸ ਤੋਂ ਬਾਅਦ ਅਸੀਂ ਕੱਚੀ ਘਾਣੀ ਸਰੋਂ ਦਾ ਤੇਲ
ਤੁਹਾਡੇ ਇੱਥੇ ਕੈਨੇਡਾ ਦੇ ਸਟੋਰਾਂ 'ਚ ਮਿਲਦਾ, ਸਾਰੇ ਲੌਬਲਾ 'ਚ, ਸੇਵਨ ਫੂਡ 'ਚ, ਜਿੰਨੇ ਸਾਡੇ ਡਿਸਟਰੀਬਿਊਟਰ ਹੈਗੇ ਆ ਤੁਹਾਡੇ ਫਰੂਟੀ ਕੈਨਾ ਵਾਲੇ, ਸਾਡੇ ਰੁਚੀ ਵਾਲੇ, ਇਹ ਸਾਰੇ ਭੇਜਦੇ ਆ। ਤੇ ਉਹਦੇ ਰਾਹੀਂ ਸਾਡੇ ਜਿਹੜੇ ਬਾਕੀ ਉਤਪਾਦ ਆ, ਐਲੋਵੇਰਾ ਜੂਸ, ਆਮਲਾ ਜੂਸ, ਆਮਲਾ ਕੈਂਡੀ, ਮੁਰੱਬੇ, ਸਾਡੇ ਜਿਹੜੇ ਗੁੜ, ਸ਼ੱਕਰ, ਇਹ ਜਦੋਂ ਉਤਪਾਦ ਇੱਥੇ ਮੰਡੀਆਂ 'ਚ ਆਏ ਤਾਂ ਲੋਕਾਂ ਨੇ ਪਸੰਦ ਕੀਤੇ ਆ। ਮੇਰੀ ਬੇਨਤੀ ਹੈਗੀ ਆ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਅਸੀਂ ਆਰਗੈਨਿਕ ਲਾਈਨ ਇੱਕ ਐਡ ਕੀਤੀ ਆ ਪੰਜਾਬ ਐਗਰੋ ਦਾ, ਜਵੀਰ ਜੀ ਮੈਂ ਪਿਛਲੇ 2 ਸਾਲ ਤੋਂ ਪ੍ਰਮੋਟ ਕਰ ਰਿਹਾ। 5 ਰਿਵਰਸ ਉਹਨਾਂ ਦਾ ਬ੍ਰਾਂਡ ਆ, ਤੇ ਅਸੀਂ ਬਾਸਮਤੀ ਬਿਲਕੁਲ ਪਿਓਰ ਆਰਗੈਨਿਕ। ਹਾਲਾਂਕਿ ਲੋਕੀ ਬੜਾ ਹੈਰਾਨ ਹੁੰਦੇ ਕਿ ਪੰਜਾਬ ਤੇ ਆਰਗੈਨਿਕ, ਕਿਉਂਕਿ ਪੰਜਾਬ ਦੀ ਸੀਗੀ ਬਦਨਾਮੀ ਵੀ 3 ਗੁਣਾ ਐਵਰੇਜ ਤੋਂ ਵੱਧ ਖਾਦਾਂ ਕੰਜ਼ਿਊਮ ਕਰਦੇ ਆ। ਪਰ ਅਸੀਂ ਫਾਰਮਰ ਨੂੰ, ਇਸ ਗਵਰਨਮੈਂਟ ਨੇ ਕਿਹਾ ਕਿ ਟ੍ਰੇਨ ਕਰਕੇ, ਅਸੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਕੈਂਪ ਲਾਏ ਆ ਕਿ ਫਾਰਮਰ ਜਿਹੜੇ ਇਸ ਗੱਲ ਤੋਂ ਕਨਵਿੰਸ ਹੋਏ ਆ ਕਿ ਆਹ ਜਿਹੜੀਆਂ ਪੈਸਟੀਸਾਈਡ ਬਿਲਕੁਲ ਬੈਨ ਆ, ਇਹ ਵਰਤਣੀਆਂ ਨਹੀਂ, ਆਹ ਪਰਮਿਸਿਬਲ ਯੂਨਿਟ ਵਰਤਣੀਆਂ ਵਾ। ਉਹ ਮਿਲਰ ਜਿਹੜੇ ਸ਼ੈਲਰਾਂ ਵਾਲੇ ਉਹ ਵੀ ਸਪੋਰਟ ਕਰ ਰਹੇ ਆ, ਤੇ ਗਵਰਨਮੈਂਟ ਦੇ PAU ਤੇ ਜਿਹੜਾ ਖੇਤੀਬਾੜੀ ਮਹਿਕਮਾ, ਮਾਰਕਫੈਡ, ਪੰਜਾਬ ਐਗਰੋ, ਇਹ ਸਾਰੇ ਮਿਲ ਕੇ ਟ੍ਰੇਨ ਕਰਕੇ ਫਾਰਮਰ ਨੂੰ ਉਸ ਲੈਵਲ ਤੇ ਲਿਆ ਰਿਹਾ ਕਿ ਸਾਡੀ ਬਾਸਮਤੀ ਜਿਹੜੀ ਆ ਅੰਤਰਰਾਸ਼ਟਰੀ ਮਾਪਦੰਡ ਪੂਰੀ ਉਤਰੇ, ਤੇ ਸਾਡੀ ਬਾਸਮਤੀ ਦੇ ਚਾਵਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ 'ਚ ਸਾਡੀ ਸ਼ਾਨ ਬਣ। ਆਪਾਂ ਇੱਕ ਛੋਟੀ ਬ੍ਰੇਕ ਹੋਰ ਲੈ ਲਈਏ ਜੀ, ਉਸ ਤੋਂ ਬਾਅਦ ਆਪਣੇ ਕੋਲ ਸਮਾਂ ਘਟਦਾ ਜਾਂਦਾ ਹੈ। ਸੰਖੇਪ ਜੀ ਗੱਲਬਾਤ ਦੇ ਵਿੱਚ ਕੁਝ ਹੋਰ ਜਾਣਕਾਰੀ ਹਾਸਲ ਕਰਾਂਗੇ, ਔਰ ਜਾਂਦੇ ਜਾਂਦਿਆਂ ਕੁਝ ਹਲਕੀ ਫੁਲਕੀ ਗੱਲਬਾਤ ਵੀ ਕਰੇਗੀ। ਸੋ ਸਮਾਂ ਜਿਸ ਬਹੁਤ ਹੀ ਰੌਚਕ ਤੇ ਬਹੁਤ ਹੀ ਕੰਸਟਰਕਟਿਵ ਟੌਪਿਕ ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਸਮਾਂ ਤਾਂ ਚਾਹੀਦਾ ਕਈ ਘੰਟੇ, ਪਰ ਸਮਾਂ ਸਾਥ ਨਹੀਂ ਦੇ ਰਿਹਾ। ਇਸ ਪਹੁੰਚ ਲਈ ਆਮ ਕਰਕੇ ਲੋਕੀ ਹੰਭ ਜਾਂਦੇ ਨੇ। ਬਾਲਮਕਾਨ ਜੀ, ਰਿਟਾਇਰਮੈਂਟ ਹੋਣ ਤੋਂ ਬਾਅਦ ਲੋਕੀ ਥੱਕ ਜਾਂਦੇ ਨੇ, ਹੰਭ ਜਾਂਦੇ ਨੇ, ਘਰੇ ਬਹਿ ਜਾਂਦੇ ਨੇ, ਪਰ ਤੁਹਾਡਾ ਜਿਹੜਾ ਇਹ ਉਪਰਾਲਾ, ਤੁਹਾਡੀ ਹਿੰਮਤ ਹੈ, ਦਾਦ ਦੇਣੀ ਬਣਦੀ ਹੈ। ਇਸ ਗੱਲ ਨੂੰ ਨਿਬੇੜੀਏ, ਫਿਰ ਆਪਾਂ ਜਾਣ ਲੱਗੇ ਤੁਹਾਡੇ ਅੰਦਰਲੇ ਕਮੇਡੀਅਨ ਨੂੰ ਵੀ ਬੁਲਾਉਣੇ ਆ। ਪਹਿਲੀ ਗੱਲ ਤਰਮਾਣਾ ਜੀ, ਜਿਹੜਾ ਤੁਸੀਂ ਵਰਡ ਰਿਟਾਇਰਮੈਂਟ ਯੂਜ਼ ਕੀਤਾ, ਮੈਂ ਨਾ ਜਦੋਂ ਸਾਡੇ ਚੇਅਰਮੈਨ ਸੀ ਜਰਨੈਲ ਸਿੰਘ ਵਾਹਦ ਸਾਹਿਬ ਜੀ ਮਾਰਕਫੈਡ ਦੇ, ਉਦੋਂ ਮੈਂ ਕਿਹਾ ਕਰਦਾ ਸੀ ਵੀ ਸਰ ਜੇ ਮੇਰਾ ਵਸ ਚੱਲੇ ਤਾਂ ਮੈਂ ਰਿਟਾਇਰਮੈਂਟ ਵਰਲਡ ਡਿਕਸ਼ਨਰੀ ਖਤਮ ਕਰਦਾ। ਇਹ ਲਫ਼ਜ਼ ਹੋਣਾ ਨਹੀਂ ਚਾਹੀਦਾ, ਲਫ਼ਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਤੱਕ ਬੰਦੇ ਦੀ ਜਾਨ ਤੇ ਸਿਹਤ ਕਾਇਮ ਹੈਗੀ ਆ, ਉਦੋਂ ਤੱਕ ਰਿਟਾਇਰ ਦਾ ਮਤਲਬ ਕੋਈ ਨਹੀਂ। ਇਟਸ ਅ ਕੰਪਲੀਮੈਂਟ ਫॉर ਯੂ। ਰਿਟਾਇਰਮੈਂਟ ਦਾ ਲਫ਼ਜ਼ ਗਲਤ ਵਰਤ ਲਿਆ ਆਪਾਂ। ਮੈਨੂੰ ਤਾਂ ਤੁਸੀਂ ਐਂ ਲੱਗਦਾ ਜਿਵੇਂ ਅਜੇ ਵੀ MBA ਕਰ ਰਹੇ ਹੋ ਤੁਸੀਂ ਯੂਨੀਵਰਸਿਟੀ ਦੇ ਵਿੱਚ। ਚਲੋ ਇਹ ਤਾਂ ਤੁਸੀਂ ਮੇਰਾ ਮਤਲਬ ਮਾਨ ਰੱਖ ਗਏ ਕਹਿ ਕੇ, ਪਰ ਮੈਂ ਦਿਲੋਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਹੁਣ ਸਟੇਜ ਅਵਸਥਾ, ਮੈਂ ਭੱਲਾ ਸਾਹਿਬ ਨੂੰ ਕਿਹਾ ਸੀ ਕਿ ਇਟ ਇਜ਼ ਅ ਟਾਈਮ ਫਾਰ ਅਸ ਟੂ ਪੇ ਬੈਕ ਟੂ ਸੋਸਾਇਟੀ। ਅਸੀਂ ਸਮਾਜ ਤੋਂ ਰਮਾਣਾ ਜੀ ਲਿਆ ਬਹੁਤ ਕੁਛ ਆ, ਸਰਕਾਰ ਤੋਂ, ਸਮਾਜ ਤੋਂ, ਆਪਣੇ ਸੀਨੀਅਰ ਤੋਂ ਬਹੁਤ ਕੁਛ ਲਿਆ, ਬਟ ਅਸੀਂ ਮੋੜਾ ਕੀ ਮੋੜਦੇ ਆ, ਉਹ ਸਾਡਾ ਮੌਕਾ ਇਸ ਵੇਲੇ। ਤੇ ਅਸੀਂ ਇਸੇ ਕਰਕੇ ਆ ਮਿਲਟ ਦੀ ਗੱਲ, ਹੁਣ ਭੱਲਾ ਸਾਹਿਬ ਨੇ ਫ੍ਰੀ ਆਫ ਕਾਸਟ ਮਾਡਲਿੰਗ ਕੀਤੀ, ਕੋਈ ਪੈਸਾ ਨਹੀਂ ਚਾਰਜ ਕੀਤਾ। ਮੇਰਾ ਵੀ ਡਾਕਟਰ ਕੇਵਲ ਅਰੋੜਾ ਨੇ ਗੀਤ ਲਿਖਿਆ ਜਦੋਂ, ਤੇ ਅਸੀਂ ਉਹ ਗੀਤ 'ਤੇ 3 ਦਿਨ ਸ਼ੂਟਿੰਗ ਕਰਕੇ, 4-5 ਦਿਨ ਐਡੀਟਿੰਗ ਕਰਕੇ ਸਰਕਾਰ ਨੂੰ ਦਿੱਤਾ। ਸਾਨੂੰ ਲੱਗਾ ਕਿ ਜੇ ਅਸੀਂ ਆਪਣੇ ਸੁਨੇਹੇ ਰਾਹੀਂ, ਕਿਉਂਕਿ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਕਨੀਨ ਦੀ ਗੋਲੀ ਵੀ ਤੁਸੀਂ ਰਸਗੁੱਲੇ ਲਪੇਟ ਕੇ ਖਵਾਓ ਤੇ ਖਾ ਹੋ ਜਾਂਦੀ ਆ। ਅਸੀਂ ਭੱਲਾ ਸਾਹਿਬ ਦਾ ਵੱਡਾ ਨਾਮ ਆ, ਅਸੀਂ ਉਹ ਜਦੋਂ ਗੀਤ ਲੋਕਾਂ ਦੀ ਝੋਲੀ ਪਾਇਆ, ਤੇ ਸਾਨੂੰ ਲੱਗਾ ਕਿ ਜੇ ਉਹ 'ਤੇ ਅਸਰ ਕਰਕੇ ਲੋਕੀ ਮਿਲਟ ਖਾਣ ਲੱਗ ਪੈਣਗੇ ਤਾਂ ਸਾਡੀ ਜਿਹੜੀ ਆ ਬਲੱਡ ਪ੍ਰੈਸ਼ਰ, ਸ਼ੂਗਰ ਤੋਂ ਬਚ ਜਾਵਾਂਗੇ। ਇੱਕ ਤਾਂ ਆਪਣਾ ਨੰਬਰ ਦੇ ਦਿਓ ਤਾਂ ਕਿ ਸਾਡੇ ਸਰੋਤੇ ਤੁਹਾਡੇ ਨਾਲ ਗੱਲ ਕਰ ਸਕਣ। ਦੇਖੋ ਜੀ, ਇੰਡੀਆ ਦਾ ਨੰਬਰ ਮੇਰਾ ਬਹੁਤ ਪਾਪੂਲਰ, ਤੁਸੀਂ ਕਰ ਦਿਓ 98765 00507 9876500507। ਕੋਈ ਅੱਜ ਦੇ ਵਿਸ਼ੇ ਮਤਲਬ ਕੋਈ ਜਾਣਕਾਰੀ ਲੈਣੀ ਹੋਵੇ, WhatsApp ਅਜੇ ਵੀ ਚੱਲਦਾ ਹੈ, ਤੇ ਇੰਡੀਆ ਦਾ ਨੰਬਰ ਹੈ 98765 00507। ਮਿੰਟ ਆਪਣੇ ਕੋਲ 2 ਹੀ ਰਹਿ ਗਏ, ਤੇ 2 ਮਿੰਟਾਂ 'ਚ ਕੀ ਗੱਲ ਸੁਣਾਉਣੀ ਹੈ ਉਹ ਮੈਂ ਤੁਹਾਡੇ ਤੇ ਛੱਡਦਾ। ਤੁਸੀਂ ਗੱਲ ਕਰ ਰਹੇ ਸੀ ਵੀ ਜਾਣ ਪਛਾਣ ਦੀ ਹੁੰਦੀ ਆ। ਕਈ ਵਾਰੀ ਕੋਈ ਬੰਦਾ ਬਹੁਤ ਨਾਮੀ ਹੁੰਦਾ, ਪਰ ਕਿਤੇ ਜਦੋਂ ਬੰਦਾ ਟੱਕਰ ਜਾਂਦਾ ਮੋਹਰੇ ਜਿਹਨੇ ਨੂੰ ਨਾ ਪਛਾਣਿਆ ਹੋਵੇ, ਤਾਂ ਉਹ ਜਿਹੜੀ ਕਈ ਵਾਰੀ ਤੁਹਾਨੂੰ ਐਂਬੈਰਸਿੰਗ ਫੀਲਿੰਗ ਹੁੰਦੀ ਆ, ਉਹ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਸੁਣਾਉਣਾ ਕਿ ਜਸਵਿੰਦਰ ਭੱਲਾ ਜੀ ਨੂੰ ਆਪਾਂ ਸਾਰੇ ਜਾਣਦੇ ਹੀ ਆ। ਤੇ ਜਦੋਂ ਉਹ ਕਿਤੇ 92 93 ਦੀ ਗੱਲ ਆ, ਤੇ ਗੁਰਭਜਨ ਗਿੱਲ ਸਾਹਿਬ ਕਹਿਣ ਲੱਗੇ, ਜਸਵਿੰਦਰ ਯਾਰ ਉੱਥੇ ਫਵਾਰਾ ਚੌਂਕ 'ਚ ਨਾ ਇੱਕ ਜਿਹੜਾ ਕਰਾਉਂਦੇ ਆ ਦਾੜੀ ਜੀ ਤੁਸੀਂ, ਤੇ ਮੈਂ ਵੀ ਮਸਾਜ ਕਰਾਉਣੀ ਹੈਡ ਦੀ, ਮੈਨੂੰ ਉੱਥੇ ਲੈ ਕੇ ਚੱਲ, ਅਮੀਰਾਂ ਦਾ ਸਲੂਨ ਆ ਕੋਈ। ਭੱਲਾ ਸਾਹਿਬ ਗੱਡੀ 'ਚ ਬਿਠਾਏ, ਗਿੱਲ ਸਾਹਿਬ ਨੂੰ ਲੈ ਗਏ ਉੱਥੇ। ਭੱਲਾ ਸਾਹਿਬ ਕਹਿੰਦੇ ਜਦੋਂ ਮੈਂ ਗਿਆ, ਤੇ ਉੱਥੇ DTO ਸੀ ਉਸ ਵੇਲੇ ਡਾਕਟਰ ਕਰਮਜੀਤ ਸਰਾ, ਮੇਰੇ MD ਵੀ ਰਹੇ ਆ, ਉਹ ਆਏ ਹੋਏ ਨੇ, ਆਏ ਵੀ ਹੋਇਆ। ਕਰਮਜੀਤ ਸਰਾ ਜੀ ਮੈਡੀਕਲ MD ਵੀ ਨੇ, PCS ਬਸ IAS ਕੀਤੀ, DC ਗੁਰਦਾਸਪੁਰ ਰਹੇ ਆ, ਸਰੀ ਆਏ ਵੀ ਹੋਇਆ। ਤੇ ਸਰਾ ਸਾਹਿਬ ਵੀ ਉੱਥੇ ਪਹਿਲਾਂ ਹੀ ਉਹਨਾਂ ਤੋਂ ਉੱਥੇ ਸਿਰ ਦੀ ਮਸਾਜ ਕਰਾ ਰਹੇ ਸੀਗੇ। ਤੇ ਗੁਰਭਜਨ ਗਿੱਲ ਕਹਿੰਦੇ, ਜਸਵਿੰਦਰ ਇਹਨਾਂ ਨੂੰ ਪਛਾਣਦਾ? ਭੱਲਾ ਸਾਹਿਬ ਕਹਿੰਦੇ ਨਹੀਂ ਸਰ, ਮੈਂ ਹੱਦ ਹੋ ਗਈ, ਇਹ ਕਰਮਜੀਤ ਸਰਾ DTO ਲੁਧਿਆਣਾ, ਗੱਡੀਆਂ ਸਾਰੇ ਸ਼ਹਿਰ ਦੀਆਂ ਮਾਲਕ, ਤੇਰੀ ਗੱਡੀ ਨੰਬਰ ਨਹੀਂ ਲਾਇਆ, ਤੂੰ ਇਹਨਾਂ ਨੂੰ ਪਛਾਣਦਾ? ਕਹਿੰਦਾ ਸਰ ਮੈਂ ਕਦੀ ਮਿਲਿਆ ਨਹੀਂ ਇਹਨਾਂ ਨੂੰ, ਮੈਂ ਕਦੀ ਪਛਾਣਿਆ ਨਹੀਂ। ਅੱਛਾ ਕਰਮਜੀਤ, ਤੂੰ ਜਾਣਦਾ ਹੈ ਜਸਵਿੰਦਰ ਭੱਲਾ 4-5 ਛਨਕਾਟੇ ਵੀ ਆਏ, ਉਦੋਂ 4-5 ਹੀ ਆਇਆ ਸੀ,
ਕਹਿੰਦੇ ਜੀ ਮੈਂ ਕਦੀ ਛਣਕਾਟਾ ਸੁਣਿਆ ਨਹੀਂ। ਹਾਂ। ਹੱਦ ਹੋ ਗਈ, ਜਸਵਿੰਦਰ ਭੱਲਾ ਨਹੀਂ ਜਾਣਦਾ, ਦੁਨੀਆ ਜਾਣਦੀ ਭੱਲਾ ਸਾਹਿਬ ਨੂੰ। ਤਾਂ ਭੱਲਾ ਸਾਹਿਬ ਦਾ ਦੁਨੀਆ ਸਾਰੇ ਨਾਮ ਜਾਣਦੇ ਆ, ਛਣਕਾਟਿਆਂ ਦਾ ਮਾਹਰ ਆ, ਆਪ ਲਿਖਦਾ, ਆਪ ਗਾਉਂਦਾ, ਆਪ ਪੇਸ਼ ਕਰਦਾ, ਜਾਣਦਾ ਨਹੀਂ। ਉਹ ਕਹਿੰਦੇ ਜੀ ਮੈਂ ਕਦੀ ਛਣਕਾਟਾ ਦੇਖਿਆ ਹੀ ਨਹੀਂ। ਗੱਲ ਖਤਮ ਹੋ ਗਈ। ਜਦੋਂ ਕਹਿੰਦੇ ਅਸੀਂ ਬਾਹਰ ਗੱਡੀ 'ਚ ਬਹਿਣ ਲੱਗੇ, ਭੱਲਾ ਸਾਹਿਬ ਕਹਿੰਦੇ, ਤੇ ਸਰਾਜ ਸਾਹਿਬ ਨੇ ਮੈਨੂੰ ਆਵਾਜ਼ ਮਾਰੀ, ਕਹਿੰਦੇ ਜਸਵਿੰਦਰ ਇੱਧਰ ਆਇਓ। ਆਪਦੀ ਗੱਡੀ ਵਿੰਡੋ ਖੋਲੀ, ਡੈਸ਼ਬੋਰਡ 'ਚ ਕਹਿੰਦੇ ਆਹ ਦੇਖ ਸਾਰੇ ਛਣਕਾਟੇ ਪਏ ਆ, ਮੈਂ ਤੇਰਾ ਬਹੁਤ ਫੈਨ ਆ, ਤੂੰ ਮੇਰੀ ਹਵਾ ਕੱਢੀ, ਮੈਂ ਤੇਰੀ ਕੱਢੀ। ਆਪਾਂ ਕੋਲ ਸਮਾਂ ਘੱਟ ਹੈ, 1 ਮਿੰਟ ਰਹਿ ਗਿਆ। ਮੈਂ ਕਹਿੰਦਾ ਜੱਸੋਵਾਲ ਵਾਲੀ ਗੱਲ ਸੁਣਾਇਓ। ਉਹ ਨਹੀਂ, ਮੈਂ ਤੁਸੀਂ ਡੱਬਾ ਲੈ ਕੇ ਗਏ ਸੀ ਜਦੋਂ, ਇਸੇ ਗੱਲ ਮੈਂ ਸੁਣਾਉਣਾ ਕਿ ਸਰਾਜ ਸਾਹਿਬ ਲੱਗੇ DC ਗੁਰਦਾਸਪੁਰ, ਅੱਛਾ, ਤੇ ਭੱਲਾ ਸਾਹਿਬ ਕਿਸਾਨ ਮੇਲੇ ਤੇ ਗਏ। VC ਡਾਕਟਰ ਮਨਜੀਤ ਕੰਗ, ਉਹ ਕਹਿੰਦੇ ਜਸਵਿੰਦਰ ਇਹ ਸਰਾਜ ਸਾਹਿਬ ਇੱਥੇ DC ਲੱਗੇ ਹੋਏ, ਕਹਿੰਦੇ DC ਤਾਂ ਹੋਣਗੇ ਤੁਹਾਡੇ ਲਈ, ਮੇਰੇ ਸਾਂਢੂ ਨੇ। ਸਰਾਜ ਸਾਹਿਬ ਤੇਰੇ ਸਾਂਢੂ ਵੀ ਕਿਵੇਂ ਲੱਗਿਆ, ਤੁਹਾਡੀਆਂ ਵਾਈਫ ਭੈਣਾਂ ਵਾ, ਕਹਿੰਦੇ ਨਹੀਂ। ਕਜ਼ਨਸ ਆ, ਕਹਿੰਦੇ ਨਹੀਂ। ਇੱਕ ਪਿੰਡ ਦੇ, ਕਹਿੰਦੇ ਨਹੀਂ। ਫਿਰ ਸਾਂਢੂ ਕਿਵੇਂ, ਕਹਿੰਦੇ ਜਿੱਥੋਂ ਕਟਿੰਗ ਮੈਂ ਕਰਾਉਣਾ ਲੁਧਿਆਣੇ ਉੱਥੇ ਇਹ ਕਰਾਉਂਦਾ। ਤੇ ਲਾਸਟ ਗੱਲ ਜਿਹੜੀ ਤੁਸੀਂ ਜੱਸੋਵਾਲ ਸਾਹਿਬ ਦੀ ਕਹੀ ਆ, ਉਹ ਮੇਰੀ ਹੱਡ ਬੀਤੀ ਸੀਗੀ ਕਿ ਜਦੋਂ ਰਮਾਣਾ ਜੀ ਮੇਰੀ ਸਿਲੈਕਸ਼ਨ ਹੋਈ ਮਾਰਕਫੈਟ 'ਚ, ਤੇ ਮੈਂ ਭੱਲਾ ਸਾਹਿਬ ਨੂੰ ਕਿਹਾ ਵੀ ਆਪਾਂ ਜੱਸੋਵਾਲ ਸਾਹਿਬ ਨੂੰ ਨਿਊਜ਼ ਬ੍ਰੇਕ ਕਰਕੇ ਆਈਏ ਵੀ ਮੈਂ DM ਲੱਗ ਗਿਆ। ਮਠਿਆਈ ਲੈ ਕੇ ਚੱਲੇ, ਡੱਬਾ ਮਿਠਾਈ ਦਾ ਲਿਆ। ਜੱਸੋਵਾਲ ਸਾਹਿਬ ਜਾ ਕੇ ਪੇਸ਼ ਹੋਏ, 10-12 ਬੰਦੇ ਕੋਲ ਬੈਠੇ ਸੀਗੇ, ਤੇ ਮੈਂ ਜਾ ਕੇ ਝੁੱਕ ਕੇ ਪੈਰੀ ਹੱਥ ਲਾਉਣ ਲੱਗੇ। ਇਹਨੇ ਕਿਹਾ, ਮੈਂ ਕਿਹਾ ਅੰਕਲ ਜੀ ਮੈਂ ਨਾ ਖੁਸ਼ਖਬਰੀ, ਚੁੱਪ ਕਰ ਆ ਸਰਦਾਰ ਜੀ ਬੈਠੇ, ਜਾਣਦਾ ਇਹਨਾਂ ਨੂੰ? ਮੈਂ ਕਿਹਾ ਜੀ ਮੈਂ ਨਹੀਂ ਜਾਣਦਾ। ਹੱਦ ਹੋ ਗਈ, ਇਹ ਸਰਦਾਰ ਜੀ ਨੂੰ MP ਟਿਕਟ ਮਿਲ ਗਈ ਆ, ਇਹਨਾਂ ਨੇ MP ਬਣ ਜਾਣਾ, ਗੋਡੇ ਫੜ ਲਾ ਗੋਡੇ। ਮੈਂ ਕਿਹਾ ਐਲਡਰਲੀ ਬੰਦੇ, ਮੈਂ ਪੈਰੀ ਹੱਥ ਲਾਉਣ ਲੱਗਾ। ਮੈਂ ਕਿਹਾ ਅੰਕਲ ਜੀ ਮੈਂ ਖਬਰ ਲੈ ਕੇ ਆਇਆ ਸੀਗਾ ਕਿ ਮੈਂ ਮਾਰਕਫੈਟ DM ਲੱਗਿਆ। ਤੂੰ DM ਲੱਗਿਆ? ਸਰਦਾਰ ਜੀ ਬਾਲਮਗਾ ਤੋਂ ਗੋਡੇ ਫੜ ਲਾ, ਤੂੰ ਪਤਾ MP ਬਣਨਾ ਕਿ ਨਹੀਂ ਬਣਨਾ, ਇਹ DM ਲੱਗ ਗਿਆ, ਪਰਚੀ ਮੇਰੇ ਅੰਦਰ ਜਾ ਕਰਾਂਗੇ, ਤੇਰੀ ਨੌਕਰੀ ਕੱਚੀ ਦੀ ਪੱਕੀ। ਜਿਹੜੀ ਜੱਸੋਵਾਲ ਸਾਹਿਬ ਪਰਸਨੈਲਿਟੀ ਸੀਗੇ ਜੀ, ਬਹੁਤ ਕਮਾਲ ਦੇ ਲੋਕ ਸੀ ਜੀ, ਜਿੰਦਾ ਦਿਲ ਸੀਗੇ। ਮੈਨੂੰ ਲੱਗਦਾ ਨਹੀਂ ਸੀ ਕਿ ਆਪਾਂ ਇੰਨਾ ਲਾਈਟ ਮੂਡ 'ਚ ਹੋ ਜਾਵਾਂਗੇ, ਪਰ ਤੁਸੀਂ ਕਮਾਲ ਕਰਤੀ 2 ਮਿੰਟਾਂ 'ਚ ਹੀ। ਥੈਂਕ ਯੂ ਸੋ ਮਚ ਰਮਾਣਾ ਜੀ, ਸਾਡਾ ਪੈਸ਼ਨ ਆ, ਉਹ ਸਾਡਾ ਪ੍ਰੋਫੈਸ਼ਨ ਸੀ। ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ। ਤੇ ਵਨਸ ਅਗੇਨ 98765 00507 507 ਤੇ ਫੋਨ ਕਰਿਓ ਜੀ। ਮੈਂ ਹੋਰ ਕਾਲਸ ਨਹੀਂ ਲੈ ਸਕਦਾ, ਅੱਜ ਲਈ ਇੰਨਾ ਹੀ ਕਾਫੀ। ਕੱਲ ਨੂੰ ਸਵੇਰੇ ਉੱਥੇ ਤੇ ਸ਼ਾਮ ਨੂੰ ਇੱਥੇ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।